ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਫਰੀਦਾ ਜਾਤੋ ਖੱਟਣ ਵੇਲ ਤਾਤੁ ਰੱਤਾ ਦੁਨੀ ਸਿਉ ਮਰਗ ਸਵਾਈ ਨੀਹ ਜਾ ਭਰਿਆ ਤਾ ਲੱਦਿਆ। ਦੇਖ ਫਰੀਦਾ ਜੋਥੀਆ ਦਾੜੀ ਹੋਈ ਭੂਰ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਕਬੀਰਾ ਧੂਰ ਸਕੇਲ ਕੈ। ਪੁਰੀਆ ਬਾਂਦੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਥੋੜੇ ਦਿਨਾਂ ਦਾ ਪ੍ਰਾਹੁਣਾ ਆਇਆ ਜੱਗ ਤੇ ਦਾਵੇ ਬੰਨੇ ਮੁੱਦਤਾਂ ਦੇ। ਥੋੜੇ ਦਿਨਾਂ ਦਾ ਪ੍ਰਾਹੁਣਾ ਆਇਆ ਦਾਵੇ ਬੰਨੇ ਮੁੱਦਤਾਂ ਦੇ। ਥੋੜੇ ਚਿਰਾਂ ਦਾ ਪ੍ਰਾਹੁਣਾ ਆਇਆ ਜੱਗ ਤੇ ਦਾਵੇ ਬੰਨੇ ਮੁੱਦਤਾਂ ਦੇ। ਥੋੜੇ ਦਿਨਾਂ ਦਾ ਪ੍ਰਾਹੁਣਾ ਆਇਆ ਜੱਗ ਤੇ ਦਾਵੇ ਬੰਨੇ ਮੁੱਦਤਾਂ ਦੇ। ਥੋੜੇ ਦਿਨਾਂ ਦਾ ਪ੍ਰਾਹੁਣਾ ਆਇਆ ਜੱਗ ਤੇ ਦਾਵੇ ਬੰਨੇ ਮੁੱਦਤਾਂ ਦੇ। ਥੋੜੇ ਚਿਰਾਂ ਦਾ ਪ੍ਰਾਹੁਣਾ ਆਇਆ ਜੱਗ ਤੇ ਦਾਵੇ ਬੰਨੇ ਮੁੱਦਤਾਂ ਦੇ। ਥੋੜੇ ਦਿਨਾਂ ਦਾ ਪ੍ਰਾਹੁਣਾ ਆਇਆ ਦੁਨੀਆ ਤੇ ਦਾਵੇ ਬੰਨੇ ਮੁੱਦਤਾਂ ਦੇ। ਚਾਰ ਦਿਨਾਂ ਦਾ ਪ੍ਰਾਹੁਣਾ ਆਇਆ ਜੱਗ ਤੇ ਦਾਵੇ ਬੰਨੇ ਮੁੱਦਤਾਂ ਦੇ। ਬੰਨੇ ਮੁੱਦਤਾਂ ਦੇ ਭੋਲਿਆ ਦਾਵੇ ਬੰਨੇ ਮੁੱਦਤਾਂ ਦੇ। ਭੋਲਿਆ ਦਾਵੇ ਬੰਨੇ ਮੁੱਦਤਾਂ ਦੇ। ਭੋਲਿਆ ਦਾਵੇ ਬੰਨੇ ਮੁੱਦਤਾਂ ਦੇ। ਦਾਵੇ ਬੰਨੇ ਮੁੱਦਤਾਂ ਦੇ। ਭੋਲਿਆ ਮੂਰਖਾ ਤੂੰ ਦਾਵੇ ਬੰਨੇ ਮੁੱਦਤਾਂ ਦੇ। ਮੂਰਖਾ ਦਾਵੇ ਬੰਨੇ ਮੁੱਦਤਾਂ ਦੇ। ਮੂਰਖਾ ਦਾਵੇ ਬੰਨੇ ਮੁੱਦਤਾਂ ਦੇ। ਮੂਰਖਾ ਦਾਵੇ ਬੰਨੇ ਮੁੱਦਤਾਂ ਦੇ। ਦਾਵੇ ਬੰਨੇ ਮੁੱਦਤਾਂ ਦੇ। ਮੂਰਖਾ ਦਾਵੇ ਬੰਨੇ ਮੁੱਦਤਾਂ ਦੇ। ਕੋਈ ਦਿਨਾਂ ਦਾ ਪ੍ਰਾਹੁਣਾ ਆਇਆ ਦੁਨੀਆ ਤੇ
ਪਰਾਉਣਾ ਆਇਆ ਦੁਨੀਆ ਤੇ। ਦਿਨਾਂ ਦਾ ਪਰਾਉਣਾ ਆਇਆ ਦੁਨੀਆ ਤੇ। ਚਾਰ ਦਿਨਾਂ ਦਾ ਪਰਾਉਣਾ ਆਇਆ ਦੁਨੀਆ ਤੇ। ਚਾਰ ਦਿਨਾਂ ਦਾ ਪਰਾਉਣਾ ਆਇਆ ਦੁਨੀਆ ਤੇ। ਕਈ ਦਿਨਾਂ ਦਾ ਪਰਾਉਣਾ ਆਇਆ ਦੁਨੀਆ ਤੇ। ਚਾਰ ਦਿਨਾਂ ਦਾ ਪਰਾਉਣਾ ਆਇਆ ਦੁਨੀਆ ਤੇ। ਚਾਰ ਦਿਨਾਂ ਦਾ ਪਰਾਉਣਾ ਆਇਆ ਦੁਨੀਆ ਤੇ। ਪਰਾਉਣਾ ਆਇਆ ਦੁਨੀਆ ਤੇ। ਚਾਰ ਦਿਨਾਂ ਦਾ 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 ਪਰਾਉਣਾ ਆਇਆ ਦੁਨੀਆ ਤੇ। ਪਰਾਉਣਾ ਆਇਆ ਕਾਵੇ ਬਨੇ ਮੁੱਦਤਾਂ ਦੇ। ਚਾਰ ਦਿਨਾਂ ਦਾ ਪਰਾਉਣਾ ਆਇਆ ਦੁਨੀਆ ਤੇ। ਕਾਵੇ ਬਨੇ ਮੁੱਦਤਾਂ ਦੇ। ਚਾਰ ਦਿਨਾਂ ਦਾ ਪਰਾਉਣਾ ਆਇਆ ਦੁਨੀਆ ਤੇ। ਕਾਵੇ ਬਨੇ ਮੁੱਦਤਾਂ ਦੇ। ਚਾਰ ਦਿਨਾਂ ਦਾ ਪਰਾਉਣਾ ਆਇਆ ਦੁਨੀਆ ਤੇ। ਕਾਵੇ ਬਨੇ ਮੁੱਦਤਾਂ ਦੇ। ਚਾਰ ਦਿਨਾਂ ਦਾ ਪਰਾਉਣਾ ਆਇਆ ਦੁਨੀਆ ਤੇ। ਕਾਵੇ ਬਨੇ ਮੁੱਦਤਾਂ ਦੇ। ਚਾਰ ਦਿਨਾਂ ਦਾ ਪਰਾਉਣਾ ਆਇਆ ਦੁਨੀਆ ਤੇ। ਕਾਵੇ ਬਨੇ ਮੁੱਦਤਾਂ ਦੇ। ਕਬੀਰਾ ਧੂਰ ਸਕੇਲ ਕੈ ਪੁਰੀਆਂ ਬਾਂਧੀ ਦੇ। ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਉ। ਚਾਰ ਦਿਵਸ ਕੇ ਪਾਹੁਨੇ ਵੱਡ ਵੱਡ ਰੁੰਧ ਹੈ ਠਾਉ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀਆਂ ਦੀ ਅੰਤਮ ਅਰਦਾਸ ਤੇ ਜੁੜ ਬੈਠੀ ਗੁਰੂ ਕੀ ਖਾਸ ਗੁਰੂ ਕੀ ਪਿਆਰੀ ਸਾਧ ਸੰਗਤ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਿਸੇ ਵੀ ਸੰਬੰਧ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਬੈਠਦੇ ਹਾਂ, ਭਾਵੇਂ ਉਹ ਗੁਰਸਿੱਖ ਦਾ ਰੋਜ਼ਮਰਾ ਦਾ ਨਿਤਨੇਮ ਹੈ। ਨਿਤਨੇਮ ਤਾਂ ਬਹੁਤ ਵਿਰਲੇ ਸੱਜਣ ਕਰਦੇ ਨੇ, ਬਾਕੀ ਤਾਂ ਸੰਸਾਰ ਨੇ ਧਰਮ ਨੂੰ ਇੱਕ ਧੰਦੇ ਜਿਹੀ ਦੀ ਤਰ੍ਹਾਂ ਵਰਤਿਆ ਹੋਇਆ ਹੈ। ਬਹੁਤ ਬਿਰਲੇ ਪਰਿਵਾਰ ਨੇ ਜਿਨ੍ਹਾਂ ਦੇ ਘਰਾਂ ਵਿੱਚ ਅੰਮ੍ਰਿਤ ਵੇਲੇ ਨਾ ਬਾਲਟੀਆਂ ਖੜਕਦੀਆਂ ਨੇ, ਇਸ਼ਨਾਨ ਪਾਨ ਹੁੰਦਾ, ਨਿਤਨੇਮ ਹੁੰਦਾ ਹੈ। ਬਾਕੀ ਸੰਸਾਰ ਨਿਤਨੇਮ ਨਹੀਂ ਕਰਦਾ। ਸੋ ਕਹਿਣ ਤੋਂ ਭਾਵ ਹੈ ਵੀ ਜਦੋਂ ਵੀ ਆਪਾਂ ਗੁਰੂ ਦੀ ਹਜ਼ੂਰੀ ਵਿੱਚ, ਭਾਵੇਂ ਅੰਮ੍ਰਿਤ ਵੇਲੇ, ਭਾਵੇਂ ਦਿਨ ਦੇ ਵਿੱਚ, ਭਾਵੇਂ ਖੁਸ਼ੀ, ਭਾਵੇਂ ਗਮੀ, ਉੱਥੋਂ ਆਪਾਂ ਨੇ ਕੀ ਲੈਣਾ ਹੁੰਦਾ ਹੈ? ਉੱਥੋਂ ਆਪਾਂ ਨੇ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਹੁੰਦਾ ਹੈ। ਭਾਵ ਸਾਡੇ ਹਿਰਦੇ ਦੇ ਵਿੱਚ ਗੁਰਮਤਿ ਦਾ ਗਿਆਨ ਪ੍ਰਗਟ ਹੋਵੇ, ਗੁਰਮਤਿ ਦਾ ਟਿਕਾਣਾ ਬਣ ਜਾਵੇ ਸਾਡੇ ਹਿਰਦੇ ਦੇ ਵਿੱਚ। ਬਿਲਕੁਲ ਉਸੇ ਤਰ੍ਹਾਂ ਵੀ ਜਿਵੇਂ ਆਪਾਂ ਕਮਰੇ ਵਿੱਚ ਪ੍ਰਵੇਸ਼ ਕਰਦੇ ਹਾਂ ਨਾ ਰਾਤ ਪੈਣ ਵੇਲੇ, ਜਦੋਂ ਸ਼ਾਮ ਦਾ ਵੇਲਾ ਹੋ ਗਿਆ, ਹਨੇਰਾ ਹੋ ਗਿਆ, ਪਰਿਵਾਰ ਦੀ ਸੁਆਣੀ ਮਾਂ ਕਹਿੰਦੀ ਹੈ ਧੀ ਨੂੰ, ਧੀਏ ਆਹ ਕਮਰੇ ਦੇ ਵਿੱਚੋਂ ਫਲਾਣੀ ਚੀਜ਼ ਚੁੱਕ ਕੇ ਲਿਆ। ਤੇ ਸਭ ਤੋਂ ਪਹਿਲਾਂ ਜਦੋਂ ਦਰਵਾਜ਼ਾ ਖੋਲ੍ਹ ਕੇ ਅੰਦਰ ਪ੍ਰਵੇਸ਼ ਕਰਦਾ ਬੱਚਾ, ਉਹਦਾ ਸਭ ਤੋਂ ਪਹਿਲਾ ਕੰਮ ਹੈ ਉਹ ਹਨੇਰੇ ਦੇ ਵਿੱਚ ਚਾਨਣ ਕਰਨਾ। ਬੱਚਾ ਕਦੇ ਵੀ ਹਨੇਰੇ 'ਚੋਂ ਚੀਜ਼ ਨਹੀਂ ਚੁੱਕ ਕੇ ਲਿਆਉਂਦਾ, ਜਾਂ ਕੋਈ ਵੀ ਪਰਿਵਾਰ ਦਾ ਮੈਂਬਰ ਹੈ। ਉਹ ਕਹਿੰਦਾ ਪਹਿਲਾਂ ਚਾਨਣ ਕਰੀਏ, ਪਹਿਲਾਂ ਸੁੱਚ ਲਾਈਏ, ਲਾਈਟ ਜਗਾਈਏ, ਚਾਨਣ ਹੋਵੇਗਾ ਤੇ ਫਿਰ ਪ੍ਰਕਾਸ਼ ਦੇ ਵਿੱਚ ਜਿੱਥੇ ਚੀਜ਼ ਪਈ ਹੈ ਉੱਥੋਂ ਟੱਚ ਦੇਣੇ ਚੱਕ ਲਾਂਗੇ। ਭਾਵ ਹਨੇਰੇ ਕਮਰੇ ਵਿੱਚ ਅਸੀਂ ਜ਼ਰੂਰ ਪ੍ਰਕਾਸ਼ ਕਰਕੇ ਫਿਰ ਵਸਤੂ ਨੂੰ ਹੱਥ ਪਾਉਂਦੇ ਹਾਂ, ਪਰ ਦੂਸਰੀ ਸਾਈਡ ਅੰਤਸ਼ ਕਰਨ ਵਾਲਾ ਬਲਬ, ਗੁਰਮਤਿ ਦਾ ਗਿਆਨ, ਗੁਰਪ੍ਰਸਾਦ,
ਉਹ ਗੁਰੂ ਦੀ ਕਿਰਪਾ ਵਾਲਾ ਬਲਬ ਨਹੀਂ ਮਨੁੱਖ ਜਗਾਉਂਦਾ, ਉਸੇ ਤਰ੍ਹਾਂ ਹਨੇਰੇ 'ਚ ਹੀ ਠੋਕਰਾਂ ਖਾਂਦਾ ਸਾਰਾ ਸੰਸਾਰ। ਮਹਾਰਾਜ ਨੇ ਬਚਨ ਲਿਖੇ ਨੇ, ਹਨੇਰੇ ਨੂੰ ਕਹਿੰਦੇ ਅੰਧਕਾਰ। ਜਿਹੜੇ ਅੰਧਕਾਰ ਦੇ ਵਿੱਚ ਆਪਾਂ ਜੀਵਨ ਜਿਉਂ ਰਹੇ ਆ ਨਾ, ਜਿਉਂ ਜ਼ਰੂਰ ਰਹੇ ਆ, ਪਰ ਪ੍ਰਕਾਸ਼ ਤੋਂ ਬਿਨਾਂ ਜਿਉਂ ਰਹੇ ਆ। ਹਨੇਰੇ ਦੇ ਵਿੱਚੋਂ ਚੀਜ਼ਾਂ ਚੁੱਕਦੇ ਆ, ਹਨੇਰੇ ਵਿੱਚ ਚੀਜ਼ ਕਈ ਵਾਰੀ ਸਹੀ ਚੁੱਕੀ ਨਹੀਂ ਜਾਂਦੀ, ਠੋਕਰ ਬਹੁਤ ਜ਼ਿਆਦਾ ਵੱਜਦੀ ਹੈ। ਅੰਧਕਾਰ ਸੁੱਖ ਕਬਹਿ ਨਾ ਹੋਈ ਹੈ। ਹਨੇਰੇ ਦੇ ਵਿੱਚ ਕਹਿੰਦੇ ਸੁੱਖ ਬਹੁਤ ਘੱਟ ਹੁੰਦਾ ਹੈ। ਹਨੇਰੇ 'ਚ ਟਰੈਕਟਰ ਦੀਆਂ, ਆਪਾਂ ਟਰੈਕਟਰ ਵਾਹੁਣ ਵਾਲੇ ਲੋਕ ਆ, ਕਈ ਵਾਰੀ ਆਪਣੇ ਜ਼ਮੀਨ ਵਾਹੁੰਦੇ ਵਾਹੁੰਦੇ ਜਾਂ ਸ਼ਹਿਰੋਂ ਆਉਂਦੇ ਆਉਂਦੇ ਜਾਂ ਕਿਤੇ ਵੀ ਰਸਤੇ ਵਿੱਚ ਟਰੈਕਟਰ ਦੀਆਂ ਲਾਈਟਾਂ ਖਰਾਬ ਹੋ ਗਈਆਂ, ਕੀ ਉਹ ਸਵਾਦ ਰਹਿ ਜਾਂਦਾ ਸੀ ਟਰੈਕਟਰ ਚਲਾਉਣ ਦਾ? ਨਹੀਂ, ਹਨੇਰਾ ਪੈ ਗਿਆ, ਡਰ ਰਹਿੰਦਾ ਸੀ ਵੀ ਟਰੈਕਟਰ ਹੁਣ ਵੀ ਕਾਸੇ 'ਚ ਵੱਜਿਆ, ਹੁਣ ਵੀ ਜੇ ਸੁੱਖ ਨਾਲ ਘਰੇ ਪਹੁੰਚ ਜਾਈਏ ਤਾਂ ਚੰਗੀ ਗੱਲ ਹੈ। ਅੰਧਕਾਰ ਜਿਹੜਾ ਮਨੁੱਖ ਦੇ ਅੰਤਸ਼ਕਰਨ ਸੁਰਤ ਦੇ ਵਿੱਚ ਜਨਮਾਂ ਜਨਮਾਂ ਤੋਂ ਅੰਧਕਾਰ ਪਿਆ ਹੈ ਨਾ, ਹਨੇਰਾ ਘੋਰ, ਉਹਦੇ 'ਚ ਮਹਾਰਾਜ ਕਹਿੰਦੇ ਸੁੱਖ ਨਹੀਂ ਹੈਗਾ। ਅੰਧਕਾਰ ਸੁੱਖ ਕਬਹਿ ਨਾ ਹੋਈ ਹੈ। ਵੱਡੀਆਂ ਤਸੱਲੀਆਂ ਕਰਾਉਂਦੇ ਨੇ ਮਹਾਰਾਜ, ਕਹਿੰਦੇ ਇਹਦੇ ਵਿੱਚ ਨਾ ਅੰਧਕਾਰ ਦੇ ਵਿੱਚ ਰਾਜਾ ਰੰਕ, ਭਾਵੇਂ ਦੁਨੀਆ ਦਾ ਬਾਦਸ਼ਾਹ ਹੈ, ਭਾਵੇਂ ਰੰਕ ਹੈ, ਕੰਗਾਲ ਹੈ, ਗਰੀਬ ਹੈ, ਆਪਣੇ ਵੱਲ ਇਸ਼ਾਰਾ ਕਰਦੇ ਨੇ ਮਹਾਰਾਜ। ਦੋ ਮਿਲ ਰੋਈ ਹੈ, ਕਹਿੰਦੇ ਦੋਨੇ ਮਿਲ ਕੇ ਰੋਂਦੇ ਨੇ। ਰਾਜਾ ਕਹਿੰਦਾ ਮੈਂ ਵੀ ਦੁਖੀ ਹਾਂ, ਪ੍ਰਜਾ ਕਹਿੰਦੀ ਮੈਂ ਵੀ ਦੁਖੀ ਹਾਂ, ਕਿਉਂਕਿ ਅੰਧਕਾਰ ਦੇ ਵਿੱਚ ਨੇ। ਅੰਧਕਾਰ ਦੇ ਵਿੱਚ ਕੀ ਹੁੰਦਾ ਨਾ, ਅੰਧਕਾਰ ਦੇ ਵਿੱਚ ਸਹੀ ਫੈਸਲਾ ਨਹੀਂ ਬੰਦਾ ਲੈਂਦਾ। ਉੱਥੇ ਛਲ ਕਪਟ, ਧੋਖਾ, ਠੱਗੀ, ਪਾਪ, ਬਹੁਤ ਕੁਛ ਹੁੰਦਾ ਉੱਥੇ। ਉੱਥੇ ਸਹੀ ਕਹਿਣ ਦੀ ਜ਼ਰੂਰਤ ਨਹੀਂ ਰਹਿੰਦੀ ਮਨੁੱਖ ਦੇ ਅੰਦਰ, ਸਹੀ ਕਹਿਣ ਤੋਂ ਇਹ ਮੁੱਕਰ ਜਾਂਦਾ, ਅੰਧਕਾਰ ਦੇ ਵਿੱਚ ਰਹਿੰਦਾ। ਸੱਚ ਨੂੰ ਸੱਚ ਨਹੀਂ ਕਹਿੰਦਾ, ਗੋਲ ਗੱਲਾਂ ਬਣਾ ਕੇ ਸਿੱਟਦਾ, ਹਰ ਵੇਲੇ ਬੇਈਮਾਨਾ ਕਰਦਾ। ਉਸ ਨੂੰ ਮਹਾਰਾਜ ਕਹਿੰਦੇ ਗੁਰੂ ਦੀ ਹਜ਼ੂਰੀ ਵਿੱਚੋਂ ਨਾ ਅਸੀਂ ਗੁਰਮਤਿ ਦਾ ਗਿਆਨ ਹਿਰਦੇ ਵਿੱਚ ਟਿਕਾਉਣਾ ਹੈ। ਉਹ ਬਲਬ ਜਦੋਂ ਜਗਿਆ ਫਿਰ ਅਸੀਂ ਅਸਲੀ ਜ਼ਿੰਦਗੀ ਜਿਉਵਾਂਗੇ। ਉਦੋਂ ਤੋਂ ਪਹਿਲਾਂ ਕੀ ਹੈ, ਉਹਦੇ ਤੋਂ ਪਹਿਲਾਂ ਸੱਚ ਜਾਣੋ, ਜੇ ਗੁਰੂ ਨੂੰ ਗੁਰੂ ਮੰਨਦੇ ਆ ਨਾ ਆਪਾਂ, ਗੁਰੂ ਗ੍ਰੰਥ ਸਾਹਿਬ ਜੀਆਂ ਨੂੰ, ਇਹ ਸਾਡੀ ਬਣਾਉਟੀ ਜ਼ਿੰਦਗੀ ਹੈ। ਜੇ ਗੁਰਮਤਿ ਦਾ ਪ੍ਰਕਾਸ਼ ਨਹੀਂ ਹੋਇਆ ਨਾ, ਇਹ ਬਣਾਉਟੀ ਜ਼ਿੰਦਗੀ ਹੈ, ਇਹ ਗੁਰਮਤਿ ਦੇ ਅਨੁਸਾਰ ਜ਼ਿੰਦਗੀ ਨਹੀਂ ਹੈ ਸਾਡੀ। ਜੇ ਇਹਨੂੰ ਮੰਨਾਂਗੇ ਤਾਂ ਸਾਡਾ ਭਲਾ ਹੋਵੇਗਾ, ਨਾ ਮੰਨਾਂਗੇ ਗੁਰੂ ਦਾ ਕੁਛ ਨਹੀਂ ਵਿਗੜਦਾ, ਆਪਾਂ ਬਹੁਤ ਕੁਝ ਗਵਾ ਲਿਆ, ਆਪਾਂ ਨੇ ਬੜਾ ਕੁਝ ਗਵਾ ਲਿਆ। ਕਿਉਂਕਿ ਗੁਰਬਾਣੀ ਤਾਂ ਇੱਕ ਇੱਕ ਪੰਕਤੀ ਚਪੇੜਾ ਮਾਰਦੀ ਹੈ ਖਿੱਚ ਖਿੱਚ ਕੇ, ਇੱਕ ਇੱਕ ਪੰਕਤੀ ਸਮਝਾਉਂਦੀ ਹੈ। ਜਿਵੇਂ ਮਾਂ ਹਮੇਸ਼ਾ ਬੱਚੇ ਨੂੰ ਕਹਿੰਦੀ ਹੈ, ਦੇਖੀ ਪੁੱਤ ਗਲਤ ਕੰਮ ਨਾ ਕਰੀ। ਪਿਓ ਹਮੇਸ਼ਾ ਆਪਣੇ ਬੱਚੇ ਤੇ ਨਜ਼ਰ ਰੱਖਦਾ ਬਾਜ ਵਾਲੀ, ਵੀ ਮੇਰਾ ਪੁੱਤ ਕਿਤੇ ਗਲਤ ਪਾਸੇ ਤਾਂ ਨਹੀਂ ਤੁਰਿਆ ਜਾਂਦਾ। ਐਵੇਂ ਗੁਰੂ ਜੀ ਸਤਿਗੁਰੂ ਸੱਚੇ ਪਾਤਸ਼ਾਹ ਸਭਨਾ ਕਾ ਮਾਂ ਪਿਓ ਆਪ ਹੈ। ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਭਨਾਂ ਦੇ ਮਾਂ ਪਿਓ ਨੇ। ਇੱਕ ਤਾਂ ਸਾਨੂੰ ਦੁਨਿਆਵੀ ਮਾਪੇ ਮਿਲੇ ਨੇ, ਇਹਨਾਂ ਦਾ ਵੀ ਸਤਿਕਾਰ ਹੈ, ਇਹਨਾਂ ਦੀ ਵੀ ਯੋਗ ਜਗ੍ਹਾ ਬਣਦੀ ਹੈ। ਇੱਜ਼ਤ ਮਾਣ ਦੇਣਾ, ਸਤਿਕਾਰ ਕਰਨਾ, ਮਾਤਾ ਪਿਤਾ ਦਾ ਧੀ ਪੁੱਤ ਸਤਿਕਾਰ ਕਰਨ, ਧੀਆਂ ਪੁੱਤਾਂ ਦੇ ਮਾਂ ਪਿਓ ਸਤਿਕਾਰ ਕਰਨ, ਕਿਉਂਕਿ ਦੋਨਾਂ ਦਾ ਐਡਾ ਵੱਡਾ ਗੂੜਾ ਰਿਸ਼ਤਾ ਹੈ। ਜੇ ਤਾਂ ਬੱਚਿਆਂ ਦੇ ਮਾਂ ਪਿਓ ਤੁਰ ਗਏ ਤਾਂ ਬੱਚੇ ਰੋਂਦੇ ਨਹੀਂ ਝੱਲੇ ਜਾਂਦੇ, ਜੇ ਮਾਪਿਆਂ ਦੇ ਬੱਚੇ ਤੁਰ ਗਏ ਤਾਂ ਮਾਂ ਪਿਓ ਨਹੀਂ ਰੋਂਦੇ ਝੱਲੇ ਜਾਂਦੇ। ਇਸ ਕਰਕੇ ਇਹਨਾਂ ਨੂੰ ਸੰਭਾਲਣਾ, ਮਾਪਿਆਂ ਨੇ ਬੱਚਿਆਂ ਨੂੰ ਸੰਭਾਲਣਾ ਤੇ ਬੱਚਿਆਂ ਨੇ ਮਾਂ ਪਿਓ ਨੂੰ ਸੰਭਾਲਣਾ। ਬਹੁਤ ਪਰਿਵਾਰ ਨੇ ਸਾਧ ਸੰਗਤ, ਬਹੁਤ ਇੱਥੇ ਉਹ ਧੀਆਂ ਨੇ, ਉਹ ਪੁੱਤ ਨੇ, ਕਿਸੇ ਪੁੱਤ ਦੇ ਘਰ ਵਾਲੀ ਤੁਰ ਗਈ, ਪਤਨੀ ਤੁਰ ਗਈ, ਪਤੀ ਧਾਹਾਂ ਮਾਰ ਮਾਰ ਰੋਂਦਾ ਹੈ, ਕਿਉਂਕਿ ਬੀਬੀਆਂ ਤੋਂ ਬਿਨਾਂ ਘਰ ਨਹੀਂ ਸੰਵਰਦੇ। ਬੀਬੀਆਂ ਤੋਂ ਬਿਨਾਂ ਰੋਜ਼ਮਰ੍ਹਾ ਦੀਆਂ ਉਹ ਲੋੜਾਂ, ਕੱਪੜੇ ਵੀ ਧੋਣੇ, ਜੂਠੇ ਬਰਤਨ ਵੀ ਮਾਂਜਣੇ, ਰਸੋਈ ਦਾ ਵੀ ਕਰਨਾ, ਪਸ਼ੂਆਂ ਦਾ ਵੀ ਕਰਨਾ, ਬੀਬੀਆਂ ਤੋਂ ਬਿਨਾਂ ਤਾਂ ਘਰ ਹੀ ਜਿਹੜੇ ਨੇ ਉਹ ਇਉਂ ਲੱਗਦਾ ਵੀ ਇਹ ਤਾਂ ਉੱਜੜ ਗਿਆ ਘਰ। ਇਸ ਤਰ੍ਹਾਂ ਦੇ ਘਰ ਹੋ ਜਾਂਦੇ ਨੇ। ਇਸ ਕਰਕੇ ਜਦੋਂ ਮਾਪੇ ਤੁਰ ਜਾਂਦੇ ਨੇ, ਹੁਣ ਪਿਓ ਵਾਲਾ ਪਿਆਰ ਕੌਣ ਦੇਊਗਾ ਕਿਸੇ ਨੂੰ? ਜਿਹੜਾ ਪਿਓ ਸਿਰ ਤੇ ਹੱਥ ਰੱਖਦਾ ਆਪਣੇ ਪੁੱਤ ਦੇ, ਕਿੱਡੀ ਵੱਡੀ ਪਹਾੜ ਜਿੱਡਾ ਦੁੱਖ ਆ ਜੇ ਕੋਈ, ਪਿਓ ਕਹਿੰਦਾ ਕੋਈ ਨਹੀਂ ਸ਼ੇਰਾ ਮੈਂ ਹੈਗਾ, ਪਰਵਾਹ ਨਾ ਕਰ, ਵੱਡੇ ਵੱਡੇ ਕੰਮ ਕੱਢ ਦਿੰਦਾ ਪਿਓ, ਪੁੱਤ ਨੂੰ ਚਿੰਤਾ ਨਹੀਂ ਹੁੰਦੀ। ਇਸੇ ਤਰ੍ਹਾਂ ਜਦੋਂ ਕਿਤੇ ਪਿਓ ਬੁਢੇਪੇ ਵੱਲ ਨੂੰ ਜਾਂਦਾ ਹੈ ਤੇ ਪੁੱਤ ਕਹਿੰਦਾ ਬਾਪੂ ਹੁਣ ਤੂੰ ਬੈਠ ਜਾ, ਹੈਗਾ ਤੇਰਾ ਬੱਬਰ ਸ਼ੇਰ। ਇਸ ਤਰ੍ਹਾਂ ਇਹ ਆਪਸੀ ਨਾ ਆਪਾਂ ਨੂੰ ਸੰਬੰਧ ਚੰਗੇ ਬਣਾਉਣੇ ਚਾਹੀਦੇ ਨੇ, ਪਿਆਰ ਕਰਨਾ ਚਾਹੀਦਾ। ਕਦੇ ਰੁੱਖਾਪਣ, ਕਦੇ ਕੜੱਤਣ, ਕਦੇ ਮਾਂ ਪਿਓ ਦੀ ਇਨਸਲਟ ਕਰ ਦੇਣੀ, ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ। ਮਾਂ ਪਿਓ ਨੂੰ ਪਿਆਰ ਦੇਣਾ, ਇਹ ਮਿਲਦੇ ਨਹੀਂ ਕਿਤੋਂ, ਦੁਕਾਨਾਂ ਨਹੀਂ ਬਣੀਆਂ ਹੋਈਆਂ ਇਹਨਾਂ ਦੀਆਂ ਵੀ ਇਹ ਕਿਤੇ ਹੱਟੀਆਂ ਤੋਂ ਮਿਲ ਜਾਣਗੇ। ਜਿਨ੍ਹਾਂ ਦੇ ਤੁਰ ਗਏ ਕਦੇ ਪੁੱਛੋ ਉਹਨਾਂ ਦਾ ਦਰਦ ਵੀ ਕੀ ਦਰਦ ਹੁੰਦਾ। ਸੋ ਜਿਨ੍ਹਾਂ ਬੀਬੀਆਂ ਦੇ ਕੰਤ ਤੁਰ ਗਏ ਸੰਸਾਰ ਤੋਂ, ਸਿਰ ਦੇ ਸਾਈਂ ਤੁਰ ਗਏ, ਸਾਧ ਸੰਗਤ ਉਹਨਾਂ ਨੂੰ ਨਾ ਗੁਰਬਾਣੀ ਨੇ ਵੀ ਕਹਿਤਾ। ਸੰਸਾਰ 'ਚ ਤਾਂ ਆਪਾਂ ਰੋਜ਼ ਹੀ ਦੇਖਦੇ ਹਾਂ, ਕੋਈ ਜਿਨ੍ਹਾਂ ਦੇ ਧੀਆਂ ਨੇ ਉਹਨਾਂ ਨੂੰ ਪਤਾ ਹੁੰਦਾ। ਜਿਸ ਸਾਧ ਸੰਗਤ ਪਿਓ, ਧੀ ਦਾ ਪਿਓ
ਉਹਦਾ ਜਵਾਈ ਤੁਰ ਗਿਆ ਨਾ, ਮੈਨੂੰ ਮਿਲਦੀ ਹੈ ਸੰਗਤ ਇਸ ਤਰ੍ਹਾਂ ਦੀ, ਮੈਨੂੰ ਉਹਨਾਂ ਦੁੱਖਾਂ ਦਾ ਪਤਾ ਹੈ। ਕਮਲੇ ਹੋ ਜਾਂਦੇ ਨੇ ਗੁਰਮੁਖੋ। ਅਸੀਂ ਥੋੜ੍ਹੇ ਜਿਹੇ ਦਿਨ ਹੋ ਗਏ ਹੁਣ ਕਿਤੇ ਕੀਰਤਨ ਕਰਨ ਗਏ ਸੀ, ਉੱਥੇ ਬਜ਼ੁਰਗ ਜਦੋਂ ਚੱਲ ਗਿਆ ਨਾ ਤੇ ਪੁੱਛਿਆ ਵੀ ਕੀ ਕਾਰਨ ਹੋ ਗਿਆ, ਕਹਿੰਦੇ ਸਾਲ ਪਹਿਲਾਂ ਜਵਾਈ ਤੁਰ ਗਿਆ। ਜਵਾਈ ਤੁਰ ਗਿਆ ਸਾਲ ਪਹਿਲਾਂ, ਤੇ ਉਹ ਜਦੋਂ ਨੌਜਵਾਨ ਧੀ ਦੇ ਕੋਲੇ, ਹੁਣ ਪੇਕੇ ਫਿਰ ਪਿਓ ਹੀ ਬੈਠਦਾ ਨਾ, ਸਹੁਰੇ ਧੀ ਦੇ ਕੋਲੇ ਪਿਓ ਚਲਿਆ ਗਿਆ। ਤੇ ਜਦੋਂ ਧੀ ਦੇ ਕੋਲੇ ਪਿਓ ਚਲਿਆ ਗਿਆ, ਉਹ ਧੀ ਨੇ ਮੈਨੂੰ ਦੱਸਿਆ, ਕਹਿੰਦੇ ਬਾਬਾ ਜੀ ਉਸ ਤਰ੍ਹਾਂ ਤਾਂ ਮੇਰਾ ਪਿਓ ਮੈਥੋਂ ਮੂੰਹ ਲਕੋ ਲਿਆ ਕਰੇ, ਪਰੇ ਮੂੰਹ ਕਰ ਲਿਆ ਕਰੇ, ਜਦੋਂ ਮੈਂ ਉਹਦੇ ਅੱਗੋਂ ਦੀ ਲੰਘਿਆ ਕਰਾਂ ਨਾ ਵੀ ਮੇਰੀ ਧੀ ਲੰਘ ਗਈ, ਕਹਿੰਦੀ ਮੈਨੂੰ ਪਤਾ ਹੁੰਦਾ ਸੀ, ਕਹਿੰਦੀ ਭੁੱਬਾਂ ਮਾਰ ਕੇ ਰੋਂਦਾ ਸੀ ਮੇਰੇ ਵੱਲ ਵੇਖ ਕੇ ਵੀ ਮੇਰੀ ਧੀ ਦਾ ਸੁਹਾਗ ਉਜੜ ਗਿਆ। ਬਹੁਤ ਵੱਡੇ ਕਾਰੋਬਾਰੀ ਨੇ। ਤੇ ਸਾਧ ਸੰਗਤ ਕਹਿੰਦੀ ਉਹੀ ਹੌਂਕਾ ਲੈ ਗਿਆ। ਕਹਿੰਦੀ ਮੈਨੂੰ ਇਉਂ ਕਹਿੰਦਾ ਰਹਿੰਦਾ, ਧੀਏ ਮੈਨੂੰ ਕਿਸੇ ਗੱਲ ਦਾ ਘਾਟਾ ਨਹੀਂ ਸੀ, ਹੁਣ ਤੇਰੇ ਵੱਲ ਮੈਥੋਂ ਵੇਖਿਆ ਨਹੀਂ ਜਾਂਦਾ ਵੀ ਮੇਰੀ ਧੀ ਨਾਲ ਆਹ ਕੀ ਬਣ ਗਿਆ। ਸਾਧ ਸੰਗਤ ਇਹ ਦੁੱਖ ਨੇ ਸੰਸਾਰ ਦੇ, ਅਸੀਂ ਵੇਖਦੇ ਰਹਿੰਦੇ ਹਾਂ। ਸੱਚੇ ਪਾਤਸ਼ਾਹ ਸੁੱਖ ਰੱਖੇ ਸਭ ਦੇ ਘਰਾਂ ਵਿੱਚ। ਆਪਾਂ ਤਾਂ ਛੋਟੀਆਂ ਗੱਲਾਂ ਤੇ ਕਲੇਸ਼ ਕਰੀ ਜਾਂਦੇ ਹਾਂ। ਉਹ ਤੋਂ ਸੁੱਖ ਮੰਗੋ ਪ੍ਰਮਾਤਮਾ ਤੋਂ, ਵੀ ਪ੍ਰਮਾਤਮਾ ਸੁੱਖ ਦੇ। ਤੇ ਸੰਸਾਰ ਉੱਤੇ ਆਪਾਂ ਕੀ ਵੇਖਦੇ ਹਾਂ, ਵੇਖਿਓ ਸੁਣਿਓ ਪ੍ਰੇਮ ਨਾਲ। ਮੰਦੜੇ ਹਾਲ ਉਹਨਾਂ ਦੇ ਵੇਖੇ ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਮੰਦੜੇ ਹਾਲ ਉਹਨਾਂ ਦੇ ਵੇਖੇ ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਹਾਲ ਉਹਨਾਂ ਦੇ ਵੇਖੇ ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਮੰਦੜੇ ਹਾਲ ਉਹਨਾਂ ਦੇ ਵੇਖੇ ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਹਾਲ ਉਹਨਾਂ ਦੇ ਦੇਖੇ ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਮੰਦੜੇ ਹਾਲ ਉਹਨਾਂ ਦੇ ਦੇਖੇ ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਮੰਦੜੇ ਹਾਲ ਉਹਨਾਂ ਦੇ ਵੇਖੇ ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਮੰਦੜੇ ਹਾਲ ਉਹਨਾਂ ਦੇ ਵੇਖੇ ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਮੰਦੜੇ ਹਾਲ ਉਹਨਾਂ ਦੇ ਵੇਖੇ ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਉਹ ਮੰਦੜੇ ਹਾਲ ਉਹਨਾਂ ਦੇ ਵੇਖੇ ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਮੰਦੜੇ ਹਾਲ ਉਹਨਾਂ ਦੇ ਦੇਖੇ ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਮੰਦੜੇ ਹਾਲ ਉਹਨਾਂ ਦੇ ਦੇਖੇ ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਤੁਰ ਗਏ ਸੱਜਣ ਰੰਗਲੇ। ਤੁਰ ਗਏ ਸੱਜਣ ਰੰਗਲੇ। ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਤੁਰ ਗਏ ਸੱਜਣ ਰੰਗਲੇ। ਤੁਰ ਗਏ ਸੱਜਣ ਰੰਗਲੇ। ਤੁਰ ਗਏ ਸੱਜਣ ਰੰਗਲੇ। ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਤੁਰ ਗਏ ਸੱਜਣ ਰੰਗਲੇ। ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਤੁਰ ਗਏ ਸੱਜਣ ਰੰਗਲੇ। ਤੁਰ ਗਏ ਸੱਜਣ ਰੰਗਲੇ। ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਮੰਦੜੇ ਹਾਲ ਉਹਨਾਂ ਦੇ ਵੇਖੇ ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਮੰਦੜੇ ਹਾਲ ਉਹਨਾਂ ਦੇ ਵੇਖੇ ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਮੰਦੜੇ ਹਾਲ ਉਹਨਾਂ ਦੇ ਵੇਖੇ ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਉਹ ਮੰਦੜੇ ਹਾਲ ਉਹਨਾਂ ਦੇ ਵੇਖੇ ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਮੰਦੜੇ ਹਾਲ ਉਹਨਾਂ ਦੇ ਦੇਖੇ ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਮੰਦੜੇ ਹਾਲ ਉਹਨਾਂ ਦੇ ਦੇਖੇ ਜਿਨ੍ਹਾਂ ਦੇ ਤੁਰ ਗਏ ਸੱਜਣ ਰੰਗਲੇ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ। ਹਮ ਭੀ ਵਈਆਂ ਡੁੰਮਣੀ ਰੋਵਾਂ ਝੀਣੀ ਬਾਣ। ਸੰਸਾਰੀ ਤੌਰ ਤੇ ਬਹੁਤ ਵਡਭਾਗੇ ਹੁੰਦੇ ਨੇ ਉਹ ਲੋਕ ਜਿਨ੍ਹਾਂ ਦੀਆਂ ਜੋੜੀਆਂ ਨਿਭ ਜਾਂਦੀਆਂ ਨੇ, ਨਹੀਂ ਤਾਂ ਅੱਧ ਵਿਚਕਾਰ ਬੜੀਆਂ ਜੋੜੀਆਂ ਟੁੱਟੀਆਂ।
ਤੇ ਜਦੋਂ ਟੁੱਟ ਜਾਂਦੀ ਹੈ ਨਾ ਜੋੜੀ, ਸੰਸਾਰ ਤੇ ਜਿਉਣ ਦਾ ਸਵਾਦ ਹੀ ਨਹੀਂ ਆਉਂਦਾ। ਸੋ ਪਿਆਰ ਵਾਲਿਓ, ਮੇਰਾ ਕਹਿਣ ਤੋਂ ਭਾਵ ਇਹ ਹੈ ਵੀ ਇਹ ਦਰਦ ਅਵੱਲੇ ਨੇ। ਵਾਹਿਗੁਰੂ ਸੁੱਖ ਰੱਖੇ। ਹਰ ਤਰ੍ਹਾਂ ਦੇ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਸਿੱਖ ਨੂੰ ਦੋਨੋਂ ਟਾਈਮ, ਵੀ ਪਾਤਸ਼ਾਹ ਸ਼ੁਕਰ ਹੈ, ਸੁੱਖ ਵਰਤਾਇਓ। ਸੋ ਆਓ, ਇਹ ਸਰੀਰ ਜਿਹੜਾ ਆਪਾਂ ਨੂੰ ਮਿਲਿਆ ਨਾ, ਮੰਨ ਲਓ ਜਿਹੜਾ ਸੂਰਜ ਚੜ੍ਹ ਗਿਆ ਉਹਨੇ ਛਿਪ ਜਾਣਾ। ਸੂਰਜ ਛਿਪਣ ਤੋਂ ਬਾਅਦ ਜਿਹੜੀ ਰਾਤ ਪਏਗੀ ਦਿਨ ਚੜ੍ਹ ਜਾਣਾ। ਦਿਨ ਤੇ ਸਰ ਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ। ਇਹ ਤਾਂ ਦਿਨ ਚੜ੍ਹਦਾ ਤੇ ਛਿਪ ਜਾਂਦਾ, ਰਾਤ ਪੈ ਜਾਂਦੀ ਹੈ, ਦਿਨ ਚੜ੍ਹ ਜਾਂਦਾ। ਆਹ ਸਰੀਰ ਮਿਲਿਆ, ਇਹਨੇ ਮੁੱਕ ਜਾਣਾ ਤੇ ਉਹਦੇ ਤੋਂ ਬਾਅਦ ਫਿਰ ਸਰੀਰ ਮਿਲ ਜਾਂਦਾ, ਫਿਰ ਮਰ ਜਾਂਦਾ, ਫਿਰ ਸਰੀਰ ਮਿਲ ਜਾਂਦਾ, ਫਿਰ ਮਰ ਜਾਂਦਾ। ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਤਾਂ ਸਜਾ ਇਹ ਕੋਈ ਇਹ ਥੋੜੋ ਹੈ ਜਿਹੜਾ ਆਪਾਂ ਕਹਿੰਦੇ ਸਾਡੇ ਘਰੇ ਬੱਚੇ ਦਾ ਜਨਮ ਹੋਇਆ, ਆਪਾਂ ਖੁਸ਼ੀਆਂ ਮਨਾਉਂਦੇ ਹਾਂ, ਨੱਚਦੇ ਹਾਂ, ਟੱਪਦੇ ਹਾਂ, ਉਹ ਤਾਂ ਸਜ਼ਾ ਭੋਗ ਰਿਹਾ। ਆਪਾਂ ਸਜ਼ਾ ਭੋਗ ਰਹੇ ਹਾਂ ਸਾਰੇ। ਬਰੀ ਹੋਣ ਵਾਸਤੇ ਸਮਾਂ ਮਿਲਿਆ ਸੀ ਵੀ ਲੈ ਤੈਨੂੰ ਸੰਸਾਰ ਤੇ ਭੇਜਦਾ, ਬਰੀ ਹੋ ਜਾ, ਹੁਣ ਸੰਸਾਰ ਤੇ ਜਾ ਕੇ ਮੁਕਤ ਹੋ ਜਾ। ਪਰ ਉਹ ਉਸ ਪਾਸੇ ਧਿਆਨ ਹੀ ਨਹੀਂ ਲਾਇਆ ਬੰਦੇ ਨੇ, ਤਾਂ ਹੋਰ ਹੀ ਪਾਸੇ ਜਾ ਤਿਸ ਭਾਣਾ ਤਾਂ ਜੰਮਿਆ। ਕਹਿੰਦੇ ਜਦੋਂ ਵਾਹਿਗੁਰੂ ਦਾ ਹੁਕਮ ਹੋਇਆ ਉਦੋਂ ਸਾਡਾ ਜਨਮ ਹੋ ਗਿਆ। ਪਰਿਵਾਰ ਭਲਾ ਪਾਇਆ, ਪਰਿਵਾਰ ਵਾਲੇ ਕਹਿੰਦੇ ਭਲਾ ਹੋਇਆ, ਭਲਾ ਹੋਇਆ। ਧੀ ਦਾ ਜਨਮ ਹੋਇਆ, ਪੁੱਤ ਦਾ ਜਨਮ ਹੋਇਆ। ਫਿਰ ਹੋਇਆ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਆਹਾ ਇਉਂ ਫਿਰ ਨਾ ਇਹਦੇ ਅੰਦਰ ਅੰਧਕਾਰ ਆਇਆ, ਇਹਦੇ ਅੰਦਰ ਹਨੇਰਾ ਇਉਂ ਆਇਆ। ਮੇਰੇ ਅੰਦਰ, ਤੁਹਾਡੇ ਸਾਰਿਆਂ ਦੇ ਅੰਦਰ ਹਨੇਰਾ ਹੈ, ਆਪਣੇ ਅੰਦਰ, ਕਿਉਂਕਿ ਗੁਰਬਾਣੀ ਦਾ ਪ੍ਰਕਾਸ਼ ਨਹੀਂ। ਉਹ ਤਾਂ ਕਦੇ ਆਪਾਂ ਧਿਆਨ ਹੀ ਨਹੀਂ ਦਿੱਤਾ। ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਨ ਆਏ। ਤੇ ਪੜ੍ਹਦੇ ਪੜ੍ਹਦਿਆਂ ਅਜੂਨੀ ਸੈ ਭੰਗ ਪ੍ਰਕਾਸ਼ ਰੂਪ ਵਾਹਿਗੁਰੂ ਪਰਮਾਤਮਾ, ਤੇ ਉਹ ਤਾਂ ਧਿਆਨ ਹੀ ਨਹੀਂ ਦਿੱਤਾ ਆਪਾਂ ਨੇ। ਤਾਂ ਫਿਰ ਸਾਧ ਸੰਗਤ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਦਾ ਅਰਥ ਹੈ ਦੁਨੀਆ ਦੀ ਸਾਜਣਾ। ਜਿੰਨਾ ਦੁਨੀਆ ਦਾ ਪਦਾਰਥ ਹੈ ਇਹਨੂੰ ਮਾਇਆ ਕਿਹਾ ਮਹਾਰਾਜ ਨੇ। ਕੱਲੀ ਆਹ ਮਾਇਆ ਦੀ ਗੱਲ ਨਹੀਂ ਮਹਾਰਾਜ ਨੇ ਬਹੁਤੀ ਕੀਤੀ। ਇਹਨੂੰ ਤਾਂ ਸਿਰਫ ਇੰਨਾ ਹੀ ਆਖਿਆ ਵੀ ਇਹ ਮਾਇਆ ਜੇ ਬੰਦੇ ਨੂੰ ਵਰਤਣੀ ਨਾ ਆਈ, ਇਹ ਮਾਇਆ ਇਹਨੂੰ ਕੁੰਭੀ ਨਰਕਾਂ 'ਚ ਸਿੱਟ ਦਿੰਦੀ ਹੈ। ਜੇ ਵਰਤਣੀ ਆ ਗਈ, ਇਹ ਮਾਇਆ ਵੀ ਮੁਕਤ ਕਰ ਦਿੰਦੀ ਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਵੇਖੋ ਆਪਣੇ ਕੋਲੇ ਸਬੂਤ ਨੇ, ਸਬੂਤਾਂ ਦੇ ਆਧਾਰ ਤੇ ਗੱਲ ਕਰੀ ਜਾਂਦੀ ਹੈ। ਹੁਣ ਵੇਖੋ ਜਿਹੜਾ ਗੰਗੂ ਸੀ ਬ੍ਰਾਹਮਣ, ਉਹ ਮਾਇਆ ਤੇ ਡੋਲਿਆ, ਸਿਉਨੇ ਦੀਆਂ ਮੋਹਰਾਂ ਤੇ ਡੋਲਿਆ ਸੀ। ਤੇ ਗੰਗੂ ਦਾ ਅੰਤ ਕਿਵੇਂ ਹੋਇਆ ਤੁਹਾਨੂੰ ਪਤਾ ਹੋਣਾ ਚਾਹੀਦਾ। ਗੰਗੂ ਦਾ ਅੰਤ ਬਹੁਤ ਭੈੜਾ ਹੋਇਆ। ਚਲੋ ਫਿਰ ਮਾਇਆ ਜਿਹੜੀ ਸੀ, ਮਾਇਆ ਦੀਵਾਨ ਟੋਡਰਮੱਲ ਖੱਤਰੀ ਗੁਰੂ ਕਾ ਸਿੱਖ, ਮਾਇਆ ਟੋਡਰਮੱਲ ਕੋਲ ਵੀ ਸੀ। ਗੰਗੂ ਨੂੰ ਮਾਇਆ ਡੋਬ ਗਈ ਤੇ ਦੀਵਾਨ ਟੋਡਰਮੱਲ ਰਹਿੰਦੀ ਦੁਨੀਆ ਤੱਕ। ਉਹ ਗੇਟ ਲੱਗੇ ਪਏ ਨੇ ਉਸ ਸਿੱਖ ਦੇ ਨਾਂ ਤੇ, ਜਾ ਕੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਦਰਸ਼ਨ ਕਰੋ। ਤੇ ਗੇਟ ਯਾਦਗਰੀ ਗੇਟ ਦੀਵਾਨ ਟੋਡਰਮੱਲ, ਕੌਣ ਭੁੱਲੂਗਾ। ਉਸੇ ਮਾਇਆ ਨੇ ਟੋਡਰਮੱਲ ਨੂੰ ਸੱਚਖੰਡ ਦੇ ਦਰਵਾਜ਼ੇ ਖੁਲਾਤੇ। ਦੋ ਹੀ ਸਬੂਤ ਬਹੁਤ ਨੇ, ਸਬੂਤ ਤਾਂ ਆਪਣੇ ਕੋਲੇ ਅਣਗਿਣਤ ਨੇ, ਅਣਗਿਣਤ। ਤੇ ਇਸ ਮਾਇਆ ਨੂੰ ਤਾਂ ਇੰਨਾ ਹੀ ਆਖਿਆ, ਜੇ ਹੁਣ ਵਰਤਣੀ ਨਾ ਆਈ, ਮੰਨ ਲਓ ਮਾਇਆ ਬਹੁਤ ਹੈ ਬੰਦੇ ਦੇ ਕੋਲ, ਜਾਂ ਬਹੁਤ ਵੀ ਨਹੀਂ, ਕਈ ਇਸ ਤਰ੍ਹਾਂ ਵੀ ਜਦੋਂ ਹੁਣ ਕੋਈ ਅਮਲੀ ਬਣ ਜਾਂਦਾ ਹੈ, ਪਰਿਵਾਰ ਦਾ ਕੋਈ ਮੈਂਬਰ ਅਮਲੀ ਬਣ ਗਿਆ, ਗੂੜਾ ਅਮਲੀ ਜਿਹਨੂੰ ਆਪਾਂ ਕਹਿੰਦੇ ਹਾਂ, ਵੀ ਉਹਦਾ ਜਿਹੜੀ ਜਿੰਦ ਹੈ ਉਹ ਨਸ਼ਾ ਹੀ ਉਹਦੀ ਜਿੰਦ ਹੈ। ਤੇ ਉਹਨੇ ਮਾਇਆ ਲੈਣੀ ਹੈ, ਚਾਹੇ ਚੋਰੀ ਕਰਕੇ ਲਵੇ, ਚਾਹੇ ਘਰੋਂ ਦਾਣੇ ਵੇਚੇ, ਚਾਹੇ ਭਾਂਡੇ ਵੇਚੇ, ਮਾਇਆ ਉਹਨੂੰ ਚਾਹੀਦੀ ਹੈ। ਕਿਉਂਕਿ ਉਹ ਮਾਇਆ ਨਾਲ ਉਹਨੇ ਨਸ਼ਾ ਲੈਣਾ। ਨਸ਼ਾ ਮਿਲਿਆ ਤਾਂ ਉਹ ਜਿਉਂਦਾ, ਨਸ਼ਾ ਨਹੀਂ ਮਿਲਿਆ ਤਾਂ ਉਹ ਮਰ ਗਿਆ। ਇੱਥੇ ਦਸ਼ਾ ਪਹੁੰਚ ਜਾਂਦੀ ਹੈ। ਸੋ ਭਾਵੇਂ ਕਿਸੇ ਕੋਲੇ ਲੱਖਾਂ ਪਏ ਨੇ, ਅਰਬਾਂ ਖਰਬਾਂ ਪਏ ਨੇ, ਜੇ ਉਹਨੂੰ ਵਰਤਣੀ ਨਾ ਆਈ, ਕੀ ਭਾਵ ਵਰਤਣੀ ਨਾ ਆਉਣ ਦਾ, ਨਾ ਵਰਤਣੀ ਆਈ ਦਾ ਭਾਵ ਇਹ ਹੈ ਵੀ ਉਹ ਗਲਤ ਕੰਮਾਂ ਤੇ ਮਾਇਆ ਵਰਤਣ ਲੱਗ ਜਾਵੇ। ਮੈਨੂੰ ਕਹਿਣ ਦੀ ਲੋੜ ਨਹੀਂ ਵੀ ਦੁਨੀਆ ਕਿੱਥੇ ਕਿੱਥੇ ਮਾਇਆ ਵਰਤਦੀ ਹੈ, ਕਿਉਂਕਿ ਉਹ ਵਚਨ ਇੱਥੋਂ ਸ਼ੋਭਨੀਕ ਨਹੀਂ ਹੁੰਦੇ। ਸਟੇਜ ਤੋਂ, ਗੁਰਮਤਿ ਦੀ ਸਟੇਜ ਤੋਂ ਮੇਰਾ ਇਸ਼ਾਰਾ ਹੈ ਵੀ ਉਸ ਮਾਇਆ ਦਾ ਉਹ ਗਲਤ ਉਪਯੋਗ ਕਰਨ ਲੱਗ ਜਾਵੇ। ਇਉਂ ਕਹਿ ਲਓ ਵੀ ਨਸ਼ੇ ਖਰੀਦਣ ਲੱਗ ਜਾਵੇ, ਵਿਸ਼ੇ ਵਿਕਾਰਾਂ ਦੇ ਪਿੱਛੇ ਲੱਗ ਜਾਵੇ। ਇਸ਼ਾਰਾ ਪਕੜਿਓ ਬਸ। ਫਿਰ ਉਹ ਮਾਇਆ ਉਹਦੇ ਸਰੀਰ ਦਾ ਵੀ ਸੱਤਿਆਨਾਸ਼ ਕਰਦੀ ਹੈ, ਤੇ ਉਹਨੂੰ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਸਰੀਰਕ ਤੌਰ ਤੇ ਬਿਲਕੁਲ ਚੂੰਡ ਦਿੰਦੀ ਹੈ, ਕੰਗਾਲ ਕਰ ਦਿੰਦੀ ਹੈ। ਅਣਗਿਣਤ ਇਹ ਸਬੂਤ ਨੇ ਆਪਣੇ ਕੋਲੇ। ਜੇ ਨਹੀਂ ਹੈਗੇ ਤਾਂ ਦੱਸੋ। ਆਪਾਂ ਇੱਥੋਂ ਸਮਝਣਾ ਹੈ, ਇੱਥੋਂ ਸਿੱਖਿਆ ਲੈਣੀ ਹੈ ਗੁਰੂ ਦੇ ਦਰ ਤੋਂ, ਵੀ ਇੱਕ ਚੰਗਾ ਮਨੁੱਖ ਕਿਵੇਂ ਬਣੀਦਾ। ਪਾਤਸ਼ਾਹ ਸਤਿਗੁਰੂ ਜੀ ਫਿਰ ਇੱਕ ਚੰਗਾ ਮਨੁੱਖ ਬਣਾਉਂਦੇ ਨੇ ਆਪਣੇ ਸਿੱਖ ਨੂੰ, ਕਿਰਪਾ ਕਰਦੇ ਨੇ। ਆ ਜਿਹੜਾ ਪਿਛਲਾ ਮਹੀਨਾ ਲੰਘਿਆ, ਚੰਗੇ ਸਿੱਖਾਂ ਦੀ ਯਾਦ ਵਿੱਚ ਹੀ ਲੰਘਿਆ ਨਾ।
ਜਿਨ੍ਹਾਂ ਨੂੰ ਜਿਉਣ ਦਾ ਚੱਜ ਸੀ, ਮਰਨ ਦਾ ਚੱਜ ਸਿਖਾਇਆ ਗੁਰੂ ਨੇ, ਉਹਨਾਂ ਨੇ ਸਿੱਖਿਆ। ਤੇ ਹੁਣ ਆਪਣਾ ਸਿੱਖਣ ਦਾ ਵੇਲਾ ਹੈ। ਹੁਣ ਆਪਾਂ ਸਿੱਖੀਏ, ਕਿਉਂਕਿ ਮਹਾਰਾਜ ਬਾਣੀ ਵਿੱਚ ਕਹਿੰਦੇ ਨਾ, ਕਹਿੰਦੇ ਭੋਲਿਆ ਤੈਨੂੰ ਇੰਨਾ ਤਾਂ ਪਤਾ ਨਾ ਵੀ ਜੇ ਕੋਈ ਨਦੀ ਆ ਗਈ, ਨਦੀ ਪਾਰ ਕਰਨੀ ਹੈ ਤਾਂ ਅਸੀਂ ਤੁਸੀਂ ਨਦੀ ਪਾਰ ਕਰਨੀ ਹੈ। ਆ ਜਿਹੜਾ ਸੰਸਾਰ ਹੈ ਨਾ, ਇਹ ਭਵ ਸਾਗਰ ਨਦੀ ਹੈ, ਇਹਨੂੰ ਆਪਾਂ ਪਾਰ ਕਰਨਾ ਹੈ। ਪਾਰ ਕਰਨ ਵਾਸਤੇ, ਨਦੀ ਨੂੰ ਪਾਰ ਕਰਨ ਵਾਸਤੇ ਦੋ ਚੀਜ਼ਾਂ ਦੀ ਲੋੜ ਹੈ। ਜਾਂ ਤਾਂ ਸਾਨੂੰ ਤੈਰਨਾ ਆਉਣਾ ਚਾਹੀਦਾ, ਫਿਰ ਨਦੀ ਪਾਰ ਕਰ ਸਕਦੇ ਆਪਾਂ, ਜਾਂ ਫਿਰ ਉੱਥੇ ਬੇੜੀ ਹੋਣੀ ਚਾਹੀਦੀ ਹੈ, ਕਿਸ਼ਤੀ, ਬੇੜੀ, ਜਹਾਜ਼, ਕੁਛ ਵੀ ਹੋਵੇ, ਉਸ ਕਰਕੇ ਉਹਨੂੰ ਪਾਰ ਕਰੀਏ। ਜੇ ਇਹ ਦੋ ਚੀਜ਼ਾਂ ਹੈ ਨਹੀਂ, ਸਿੱਧੇ ਨਦੀ 'ਚ ਛਾਲ ਮਾਰ ਦਈਏ, ਫਿਰ ਕੀ ਹੋਵੇਗਾ? ਉਹਦਾ ਅੰਜਾਮ ਇਹੀ ਹੈ ਵੀ ਮੌਤ ਹੈ, ਡਿੱਗ ਗਏ, ਉਹਦੇ 'ਚ ਡੁੱਬ ਗਏ ਬਸ। ਸੋ ਇਹ ਭਵ ਸਾਗਰ ਨਦੀ ਹੈ। ਇਹ ਭਵ ਸਾਗਰ ਨੂੰ ਤਰਨ ਵਾਸਤੇ ਸਾਨੂੰ ਲੋੜ ਹੈ ਗੁਰੂ ਦੇ ਸ਼ਬਦ ਦੀ, ਗੁਰਮਤਿ ਦੀ। ਗੁਰੂ ਦੇ ਸ਼ਬਦ ਨੇ ਸਾਨੂੰ ਪਾਰ ਲਾਉਣਾ ਇਹ ਭਵ ਸਾਗਰ ਤੋਂ। ਸੋ ਜੇ ਉਹ ਨਹੀਂ ਕਰਦੇ ਤਾਂ ਮਹਾਰਾਜ ਜੀ ਕਹਿੰਦੇ ਨਾ, ਫਿਰ ਤੂੰ ਕਹਿੰਦੇ ਸੰਸਾਰ ਤੇ ਆਇਆ ਸੀ, ਆ ਕੇ ਬਹੁਤ ਵੱਡੀ ਗਲਤੀ ਕਰ ਲਈ। ਜਾਂ ਫਿਰ ਇਹਦੇ ਕੋਲੇ ਸਮਾਂ ਹੋਵੇ। ਸਮਾਂ ਕੀ ਹੋਵੇ? ਵੀ ਇਹ ਕਿਸੇ ਕਿਸ਼ਤੀ ਵਾਲੇ ਦੇ ਨਾਲ ਮਿਲਾਪ ਬਣਾਵੇ, ਕਿਸੇ ਮਲਾਹ ਨੂੰ ਜਾਣਦਾ ਹੋਵੇ, ਉਹ ਮਲਾਹ ਨੂੰ ਬੁਲਾਵੇ ਵੀ ਮਲਾਹ ਮੈਂ ਆ ਨਦੀ ਦੇ ਪਰਲੇ ਕਿਨਾਰੇ ਜਾਣਾ ਵੀਰ ਮੇਰਾ, ਮੈਨੂੰ ਲੰਘਾ ਦੇ, ਫਿਰ ਉਹ ਲੰਘਾ ਦੂਗਾ। ਪਰ ਜੇ ਹੁਣ ਨਾ ਤਾਂ ਇਹ, ਜਾਂ ਫਿਰ ਇੱਕ ਨਦੀ ਤੇ ਕਿਤੇ ਨਾ ਕਿਤੇ ਪੁਲ ਹੁੰਦਾ, ਉਹ ਪੁਲ ਲੱਭ ਲੇ ਵੀ ਕਿੱਥੇ ਜੇ ਪੁਲ ਹੈ, ਉਹ ਪੁਲ ਉੱਤੋਂ ਦੀ ਲੰਘ ਜੇ। ਪਰ ਇਹ ਤਾਂ ਕੁਛ ਵੀ ਨਹੀਂ ਕਰਦਾ, ਨਾ ਤਾਂ ਇਹ ਮਲਾਹ ਨੂੰ ਪਿਆਰ ਕਰਦਾ ਹੈ, ਨਾ ਇਹ ਪੁਲ ਵੇਖਦਾ, ਨਾ ਇਹ ਕੋਈ ਕਿਸ਼ਤੀ ਵੇਖਦਾ, ਨਾ ਇਹਨੂੰ ਤੈਰਨਾ ਆਉਂਦਾ। ਤੇ ਫਿਰ ਤਾਂ ਇਹਦਾ ਆਨਸਰ ਇਹੋ ਹੀ ਹੈ ਨਾ ਵੀ ਇਹ ਡੁੱਬ ਗਿਆ। ਮਹਾਰਾਜ ਨੇ ਬਾਣੀ 'ਚ ਲਿਖਿਆ, ਮੈਂ ਤੁਹਾਨੂੰ ਉਹ ਗੁਰਬਾਣੀ ਦੀ ਪੰਕਤੀ ਪੜ੍ਹ ਕੇ ਸੁਣਾਉਣਾ। ਤੇਰਾ ਹੁਣ ਬੰਨਣੇ ਦਾ ਵੇਲਾ, ਬੇੜਾ ਬੰਨ ਬੰਦਿਆ। 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 ਤੇਰਾ ਹੁਣ ਬੰਨਣੇ ਦਾ ਵੇਲਾ, ਬੇੜਾ ਬੰਨ ਗਾਫਲਾ। 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 ਬੇੜਾ ਬੰਦ ਨਾ ਸਕਿਓ, ਆ ਲਿਖਿਆ ਪਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਬੇੜਾ ਕਿਵੇਂ ਬੰਨੇ? ਇਹ ਤਾਂ ਤ੍ਰਿਸ਼ਨਾ ਵਾਲੇ ਪਾਸੇ ਬਹਿਣ ਬਣ ਗਿਆ ਮਨੁੱਖ ਦਾ। ਤਾਂ ਮਾਇਆ ਅਮਰ ਵਰਤਾਇਆ। ਆ ਜਿੰਨਾ ਪਦਾਰਥ ਵਾਹਿਗੁਰੂ ਨੇ ਸੰਸਾਰ ਸਾਜਿਆ ਸੀ, ਹੁਣ ਅੱਜ ਜੇ ਆਪਾਂ ਗੱਲ ਕਰਾਂਗੇ ਨਾ, 90% ਦੁਨੀਆ ਦੇ ਲੋਕ ਆ ਰੰਗਾਂ ਰੂਪਾਂ ਦੇ ਵਿੱਚ ਉਲਝੇ ਪਏ ਨੇ। ਮਾਇਆ ਅਮਰ ਵਰਤਾਇਆ। ਅਮਰ ਕਹਿੰਦੇ ਸ਼ਕਤੀ, ਵਾਹਿਗੁਰੂ ਨੇ ਸ਼ਕਤੀ ਵਰਤਾ ਦਿੱਤੀ। 90% ਲੋਕ ਆ ਰੰਗਾਂ ਰੂਪਾਂ ਦੇ ਵਿੱਚ ਉਲਝ ਗਏ, ਅਮਰ ਵਰਤਾਤਾ। ਕਿਵੇਂ ਬੇੜਾ ਬੰਨੇ? ਕੰਮ ਤਾਂ ਉਹ ਕਰਨਾ ਸੀ ਨਦੀ ਪਾਰ ਕਰਨ ਵਾਲਾ, ਉਧਰ ਤਾਂ ਧਿਆਨ ਹੀ ਨਹੀਂ ਰਿਹਾ, ਉਧਰ ਤਾਂ ਟੁੱਟ ਗਿਆ ਧਿਆਨ। ਉਹਨੂੰ ਤਾਂ ਕਹਿੰਦਾ ਛੱਡ ਪਰੇ, ਆਪਾਂ ਕੀ ਕਰਨਾ। ਫਿਰ ਕਹਿੰਦੇ ਡੁੱਬੇਂਗੇ ਡੁੱਬੇਗਾ ਨਾ। ਹੁਣ ਵੇਖੋ ਜੀ, ਜਿਨ੍ਹਾਂ ਨੇ ਬੇੜਾ ਬੰਨਿਆ, ਕਲਗੀ ਵਾਲੇ ਪਾਤਸ਼ਾਹ ਦੇ ਲਾਲਾਂ ਦੀਆਂ ਆਪਾਂ ਯਾਦਾਂ ਮਨਾਈਆਂ। ਤੇ ਹੁਣ ਕਈ ਵਾਰ ਬੰਦਾ ਕਹਿੰਦਾ, ਆਪਣੇ ਸੰਸਾਰੀ ਲੋਕਾਂ ਦਾ ਤਾਂ ਇਹ ਸੁਭਾਅ ਹੁੰਦਾ ਵੀ ਜੇ ਜਵਾਕ ਨੇ ਆਪਣੇ ਘਰੇ ਬੱਚੇ ਧੀਆਂ ਪੁੱਤ, ਆਪਾਂ ਕਹਿੰਦੇ ਪੜ੍ਹਾਵਾਂਗੇ, ਆਫੀਸਰ ਲਾਵਾਂਗੇ, ਫਿਰ ਵਿਆਹ ਕਰਾਂਗੇ। ਕਦੇ ਸੋਚੋ ਕਲਗੀ ਵਾਲੇ ਪਾਤਸ਼ਾਹ ਨੂੰ ਇਸ ਚੀਜ਼ ਦੀ ਲੋੜ ਨਹੀਂ ਸੀ। ਤੇ ਪਾਤਸ਼ਾਹ ਵੀ ਇਹੀ ਗੱਲ ਕਹਿੰਦੇ ਵੀ ਮੈਂ ਆਪਣੇ ਲਾਲਾਂ ਨੂੰ ਚੰਗੀਆਂ ਪੜ੍ਹਾਈਆਂ ਕਰਾਵਾਂਗਾ, ਚੰਗੇ ਕਾਲਜਾਂ ਵਿੱਚ, ਚੰਗੇ ਵਧੀਆ ਵਧੀਆ ਥਾਵਾਂ 'ਤੇ ਪੜ੍ਹਾ ਕੇ ਉੱਚ ਕੋਟੀ ਦੇ ਆਫੀਸਰ ਬਣਾਵਾਂਗਾ, ਫਿਰ ਵਿਆਹਾਂਗਾ। ਨਹੀਂ, ਜਿੱਥੇ ਉੱਚੇ ਤੇ ਸੁੱਚੇ ਜੀਵਨ ਦੀ ਗੱਲ ਹੈ, ਉਹ ਪੜ੍ਹਾਈ ਵੱਖਰਾ ਵਿਸ਼ਾ, ਜੀਵਨ ਵੱਖਰਾ ਵਿਸ਼ਾ। ਜ਼ਰੂਰੀ ਨਹੀਂ ਹੈ ਵੀ ਕੋਈ ਚੰਗਾ ਪੜ੍ਹ ਲਿਖ ਕੇ ਉਹਦਾ ਜੀਵਨ ਵੀ ਚੰਗਾ ਬਣ ਜਾਂਦਾ ਹੈ। ਵੇਖ ਲਓ ਤੇ ਧਿਆਨ ਮਾਰ ਕੇ ਸੰਸਾਰ 'ਤੇ। ਆਪਾਂ ਖੁਦ ਜਦੋਂ ਜਾ ਕੇ ਆਪਾਂ ਨੂੰ ਦਫ਼ਤਰਾਂ ਦੇ ਵਿੱਚ ਕੰਮ ਪੈਂਦੇ ਨੇ, ਜਾਂ ਆਪਾਂ ਰੋਜ਼ਮਰਰਾ ਦੇ ਲੋਕਾਂ ਨੂੰ ਵੇਖਦੇ ਹਾਂ, ਪੜ੍ਹੇ ਲਿਖਿਆਂ ਨੂੰ, ਕਿੱਡੀਆਂ ਕਿੱਡੀਆਂ ਸ਼ਰਾਰਤਾਂ ਕਰਦੇ ਨੇ, ਕਿੱਡੇ ਕਿੱਡੇ ਜੀਵਨ ਗਿਰੇ ਹੋਏ ਨੇ ਉਹਨਾਂ ਲੋਕਾਂ ਦੇ।
ਇਹ ਸੱਚੇ ਪਾਤਸ਼ਾਹ ਦੇ ਦਰ ਤੋਂ ਜੀਵਨ ਮਿਲਦਾ ਹੈ। ਇੱਥੋਂ ਉੱਚਾ ਤੇ ਸੁੱਚਾ ਜੀਵਨ ਮਿਲਦਾ ਹੈ। ਇਹ ਕਮਾਈ ਨੇਕ ਹੈ, ਗੁਰਮਤ ਦੀ ਵਿਦਿਆ ਜਿਹੜੀ। ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ। ਹੁਣ ਅਗਲਾ ਬਚਨ ਸੁਣੋ। ਬੰਦਾ ਕਹਿੰਦਾ ਕੀ ਲੈਣਾ ਬਾਣੀ ਪੜ੍ਹ ਕੇ, ਕੀ ਲੈਣਾ ਅੰਮ੍ਰਿਤ ਛਕ ਕੇ। ਮਹਾਰਾਜ ਜੀ ਕਹਿੰਦੇ ਜਦੋਂ ਬੇੜਾ ਪਾਪਾਂ ਨਾਲ ਭਰ ਗਿਆ ਨਾ, ਫਿਰ ਤਰ ਨਹੀਂ ਹੋਣਾ ਤੇਰੇ ਤੋਂ। ਇਹ ਡੋਬ ਦੇਣਾ ਇਹਨੇ। ਭਰ ਸਰਵਰ ਜਬ ਉਛਲੈ, ਕਹਿੰਦੇ ਤੇਰੇ ਜੀਵਨ ਰੂਪੀ ਸਮੁੰਦਰ ਜਦੋਂ ਔਗਣਾਂ ਨਾਲ, ਬੁਰਾਈਆਂ ਨਾਲ, ਪਾਪਾਂ ਨਾਲ ਭਰ ਗਿਆ ਨਾ, ਤਬ ਤਰਨ ਦੁਹੇਲਾ। ਕਹਿੰਦੇ ਫਿਰ ਤੈਨੂੰ ਤਰਨਾ ਜਿਹੜਾ ਦੁਹੇਲਾ ਕਹੀਏ ਬੜਾ ਮੁਸ਼ਕਲ ਹੋ ਜਾਵੇਗਾ। ਫਿਰ ਨਹੀਂ ਤਰ ਹੋਣਾ। ਹੁਣ ਵੇਲਾ ਹੁਣ ਸੰਭਾਲ ਲੈ। ਸੋ ਪਿਆਰ ਵਾਲਿਓ, ਉੱਥੇ ਫਿਰ ਇਹ ਸਰੀਰ ਦੀ ਪ੍ਰਕਿਰਿਆ ਦੱਸਦੇ ਨੇ ਮਹਾਰਾਜ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹ ਜਿਹੜਾ ਮਨੁੱਖਾ ਸਰੀਰ ਮਿਲਿਆ ਨਾ ਸਾਨੂੰ, ਇਹਦਾ ਸੁਭਾਅ ਇਹ ਹੈ ਵੀ ਪਹਿਲਾਂ ਬਚਪਨ, ਫਿਰ ਜਵਾਨੀ, ਫਿਰ ਅਧਖੜ, ਤੇ ਫਿਰ ਬੁਢੇਪਾ। ਤੇ ਬੁਢੇਪੇ ਤੋਂ ਪੰਜਵਾਂ ਪੜਾਅ ਹੈ ਮੌਤ। ਉਹ ਵੀ ਜੇ ਕੋਈ ਬੁਢੇਪੇ ਤੱਕ ਜਾਂਦਾ ਹੈ, ਮੌਤ ਦਾ ਭਰੋਸਾ ਨਹੀਂ ਕੋਈ। ਉਹ ਤਾਂ ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕਦਮੀ। ਉਹ ਤਾਂ ਕਿਤੇ ਵੀ ਕੁਛ ਹੋ ਸਕਦਾ ਹੈ। ਜੇ ਵੈਸ਼ਨੋ ਦੇਵੀ ਕੱਲ੍ਹ ਦੀ ਘਟਨਾ ਵੇਖੋ, ਆਪਾਂ ਵੀ ਸਾਰੇ ਹੁਣ ਫਤਿਹਗੜ੍ਹ ਸਾਹਿਬ ਅਣਗਿਣਤ ਸੰਗਤਾਂ ਫਤਿਹਗੜ੍ਹ ਸਾਹਿਬ ਹਾਜ਼ਰੀਆਂ ਭਰੀਆਂ। ਤੇ ਉੱਥੇ ਵੀ ਆਪਾਂ ਜਾਂਦੇ ਹਾਂ ਪਿਆਰ ਵਿੱਚ। ਚਲੋ ਉਹਨਾਂ ਦਾ ਆਪਣਾ ਧਰਮ ਹੈ, ਉੱਥੇ ਗਏ, ਉੱਥੇ ਅਚਨਚੇਤ ਕੋਈ ਭਗਦੜ ਮੱਚ ਜਾਂਦੀ ਹੈ। ਹੁਣ ਸਰੀਰ ਦਾ ਕੀ ਪਤਾ ਹੈ, ਭਗਦੜ ਮੱਚੀ ਤੇ 12 ਲੋਕਾਂ ਦੀ ਮੌਤ ਹੋ ਗਈ ਥਾਂ ਤੇ। ਹੁਣ ਉਹ ਤਾਂ ਨਮਸਕਾਰ ਕਰਨ ਗਏ ਸੀ, ਨਹੀਂ ਪਤਾ ਲੱਗਦਾ ਮੌਤ ਦਾ। ਮੇਰਾ ਕਹਿਣ ਤੋਂ ਭਾਵ ਸਿਰਫ ਇੰਨਾ ਹੀ ਹੈ, ਮੌਤ ਦਾ ਨਹੀਂ ਪਤਾ ਹੈ ਮੌਤ ਕਿਹੜੇ ਵੇਲੇ ਮਨੁੱਖ ਦੇ ਉੱਪਰ ਅਟੈਕ ਕਰ ਦਿੰਦੀ ਹੈ। ਮਹਾਰਾਜ ਨੇ ਇੱਥੋਂ ਤੱਕ ਲਿਖਿਆ ਹੈ, ਕਹਿੰਦੇ ਵੇਖੀ ਬੰਦਿਆ ਭਰੋਸਾ ਨਾ ਕਰ ਬੈਠੀ, ਭਾਈ ਰੇ ਇਉਂ ਸਿਰ ਜਾਣੋ ਕਾਲ, ਜਿਉਂ ਮੱਛੀ ਤਿਉਂ ਮਾਨਸਾ ਪਵੈ ਅਚਿੰਤਾ ਜਾਲ। ਮਿਰਤ ਹੱਸੈ ਸਿਰ ਉਪਰੈ ਪਸ਼ੂਆ ਨਹੀਂ ਬੂਝੈ, ਬਾਦ ਸਾਧ ਅਹੰਕਾਰ ਮਹਿ ਮਰਨਾ ਨਹੀਂ ਸੂਝੈ। ਮੌਤ ਕਹਿੰਦੇ ਸਿਰ ਦੇ ਉੱਤੇ ਹੱਸ ਰਹੀ ਹੈ ਬੰਦੇ ਦੇ, ਵੀ ਵੇਖੋ ਇਹ ਕਲੋਲਾਂ ਕਰਦਾ ਹੈ, ਇਹ ਸੰਸਾਰ ਤੇ ਇਸ ਤਰ੍ਹਾਂ ਫਿਰਦਾ ਵੀ ਜਿਵੇਂ ਇਹਨੂੰ ਇਉਂ ਹੁੰਦਾ ਵੀ ਮੈਂ ਤਾਂ ਇੱਥੇ ਹੀ ਰਹਿਣਾ ਸਦਾ। ਆਪਾਂ ਸ਼ੁਰੂਆਤ ਵਿੱਚ ਉਹੀ ਪੜ੍ਹਿਆ ਨਾ, ਕੋਈ ਦਿਨਾਂ ਦਾ ਪ੍ਰਾਹੁਣਾ ਆਇਆ ਜੱਗ ਤੇ ਦਾਵੇ ਬੰਨੇ ਮੁੱਦਤਾਂ ਦੇ। ਸੋ ਕੁਛ ਦਿਨਾਂ ਦੇ ਪ੍ਰਾਹੁਣਚਾਰੀ ਆਪਾਂ ਸੰਸਾਰ ਤੇ ਆਏ ਹਾਂ। ਵੇਖੀ ਬੰਦਿਆ ਐਵੇਂ ਹੰਕਾਰ ਨਾ ਕਰ, ਚੇਤੇ ਰੱਖੀਏ ਇਸ ਗੱਲ ਨੂੰ। ਕਬੀਰ ਗਰਬ ਨਾ ਕੀਜੀਐ, ਉੱਚਾ ਦੇਖ ਆਵਾਸ। ਕਹਿੰਦੇ ਕੋਈ ਕਿਸੇ ਤਰ੍ਹਾਂ ਦਾ ਮਾਣ ਆਵਾਸ ਕਹੀਏ, ਕਿਸੇ ਤਰ੍ਹਾਂ ਦਾ ਕੋਈ ਅਹੁਦਾ, ਕਿਸੇ ਤਰ੍ਹਾਂ ਦਾ ਕੋਈ ਵੱਡਾ ਕਾਰੋਬਾਰ, ਵੱਡਾ ਬਿਜ਼ਨਸਮੈਨ, ਕੁਛ ਵੀ ਤੈਨੂੰ ਪ੍ਰਾਪਤ ਹੋ ਗਿਆ, ਕਹਿੰਦੇ ਉਹਦਾ ਹੰਕਾਰ ਨਹੀਂ ਕਰਨਾ। ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਆਵਾਸ। ਉਹਦਾ ਮਾਣ ਨਹੀਂ ਕਰਨਾ, ਨਿਮਰਤਾ ਵਿੱਚ, ਸ਼ੁਕਰ ਵਿੱਚ ਰਹਿਣਾ। ਤੇ ਆਹ ਗੱਲ ਚੇਤੇ ਰੱਖਣੀ ਹੈ, ਆਜ ਕਾਲ ਭੋਏ ਲੇਟਣਾ। ਜ਼ਰੂਰ ਇੱਕ ਦਿਨ ਤੈਨੂੰ ਬੈਡਾਂ ਤੋਂ ਉਤਾਰਨਗੇ ਘਰ ਵਾਲੇ, ਮੈਨੂੰ ਵੀ ਤੇ ਤੁਹਾਨੂੰ ਵੀ। ਯਾਦ ਰੱਖਿਓ, ਬੈਡਾਂ ਤੋਂ ਉਤਾਰਨਗੇ ਆਪਾਂ ਨੂੰ ਇੱਕ ਦਿਨ। ਉਹ ਬੈੱਡ ਤੇ ਰੱਖਣਾ ਨਹੀਂ ਆ ਸਰੀਰ। ਕਿਉਂ? ਜਦੋਂ ਕਹਿ ਦਿੱਤਾ ਵੀ ਇਹ ਡੈੱਡ ਹੋ ਗਿਆ, ਇਹਦੇ 'ਚ ਸਵਾਸ ਹੁਣ ਹੈ ਨਹੀਂ, ਕਹਿੰਦੇ ਉਤਾਰ ਲਓ ਫਿਰ ਥੱਲੇ। ਹੁਣ ਆਜ ਕਾਲ ਭੋਏ ਲੇਟਣਾ, ਇਹ ਧਰਤੀ ਤੇ ਲੇਟਣਾ ਪੈਣਾ ਹਰ ਇੱਕ ਸਰੀਰ ਨੂੰ ਜਿਹੜਾ ਇਹ ਸੰਸਾਰ ਤੇ ਆਇਆ। ਤੇ ਉਹਦੇ ਤੋਂ ਅਗਲੀ ਡੈਫੀਨੇਸ਼ਨ ਦੱਸਦੇ ਨੇ, ਗਰਬ ਨਾ ਕੀਜੀਐ। ਹੰਕਾਰ ਆਪਣੇ ਆਪ ਟੁੱਟ ਜਾਂਦਾ ਹੈ। ਕਹਿੰਦੇ ਜਦੋਂ 4 ਭਰਾ ਚੁੱਕ ਕੇ ਵੇਖੋ ਬੰਦਾ ਚੱਲਿਆ 4 ਜਣਿਆਂ ਦਾ ਕੰਨ, ਉੱਥੇ ਲੱਕੜਾਂ ਵਿੱਚ ਰੱਖ ਕੇ 5 ਮਣ ਲੱਕੜਾਂ ਥੱਲੇ ਤੇ 5 ਮਣ ਤੇਰੇ ਸਰੀਰ ਦੇ ਉੱਪਰ। ਤੇ ਜਦੋਂ ਅੱਗ ਦੇ ਦਿੱਤੀ, ਸਭ ਤੋਂ ਨੇੜਲੇ ਨੇ ਚਿਖਾ ਨੂੰ ਅੱਗ ਦਿੰਦਾ ਹੈ। ਜਿਹੜਾ ਜਾਣ ਵਾਲੇ ਸੰਬੰਧੀ ਦਾ ਸਭ ਤੋਂ ਪਿਆਰਾ ਹੁੰਦਾ ਹੈ, ਉਹ ਚਿਖਾ ਨੂੰ ਅੱਗ ਦਿੰਦਾ। ਅੱਗ ਦੇ ਦੇਣਗੇ, ਖੜੇ ਰਹਿਣਗੇ, ਕੀਰਤਨ ਸੋਹਿਲੇ ਦਾ ਪਾਠ ਹੋ ਜਾਣਾ, ਅਰਦਾਸ ਹੋ ਜਾਣੀ ਹੈ। ਤੇ ਗੁਰਮੁਖਾ ਅਗਲੇ ਦਿਨ ਉੱਥੇ ਨਾ ਸਵਾਹ ਦਾ ਢੇਰ ਲੱਗ ਜਾਣਾ। ਤੇ ਫਿਰ ਹੌਲੀ 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 ਕੀ ਹੋਵੇਗਾ, ਉਹ ਸੰਬੰਧੀ ਜਾ ਕੇ ਸਵਾਹ ਇਕੱਠੀ ਕਰ ਆਉਣਗੇ, ਰੋ ਆਉਣਗੇ। ਤੇ ਫਿਰ ਕਹਿੰਦੇ ਉੱਪਰ ਜਾਮੈ ਘਾਸ, ਕਹਿੰਦੇ ਫਿਰ ਉਹ ਸਵਾਹ ਦੇ ਉੱਤੇ ਘਾਹ ਜੰਮਣਾ। ਆ ਦੇਹੀ ਦੇ ਉੱਤੇ, ਡੈਡ ਬੋਡੀ ਦੇ ਉੱਪਰ, ਸਵਾਹ ਦੇ ਉੱਤੇ ਘਾਹ ਜੰਮਣਾ ਫਿਰ। ਸੋ ਇਸ ਕਰਕੇ ਮਹਾਰਾਜ ਜੀ ਉਹਨਾਂ ਬਚਨਾਂ ਨੂੰ ਵਾਰ-ਵਾਰ ਕਹਿੰਦੇ ਨੇ। ਤੇ ਸਾਧ ਸੰਗਤ ਮਨੁੱਖ ਨੂੰ ਚੇਤੇ ਰੱਖਣਾ ਚਾਹੀਦਾ ਹੈ, ਭਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਜਦੋਂ ਪਾਪਾਂ ਦੇ ਨਾਲ ਮੱਤ ਭਰ ਗਈ, ਔਗਣ ਬੁਰਾਈਆਂ ਜ਼ਿੰਦਗੀ ਵਿੱਚ ਭਰ ਗਈਆਂ, ਸੱਚ ਜਾਣੋ ਬੰਦਾ ਚਿੱਟੇ ਕੱਪੜੇ ਜਿੰਨੇ ਮਰਜ਼ੀ ਪਾਵੇ, ਸਿਉਨਾ ਜਿੰਨਾ ਮਰਜ਼ੀ ਪਾ ਲਵੇ, ਇਹ ਕੌੜੇ ਸੱਚ ਨੇ। ਜਿਵੇਂ ਜਿਵੇਂ ਇਹ ਗੁਰੂ ਦੇ ਦਰ ਤੋਂ ਟੁੱਟੇਗਾ, ਤਿਵੇਂ ਤਿਵੇਂ ਇਹਦੀ ਸੁਰਤ ਪਾਪਾਂ ਨਾਲ ਭਰਦੀ ਜਾਵੇਗੀ। ਕਿਉਂਕਿ ਉਹਨਾਂ ਨੂੰ ਧੋਣ ਦਾ ਯਤਨ ਨਹੀਂ ਕੀਤਾ। ਭਰੀਐ ਮੱਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ।
जे पाप किसी दे धोते गए ने तां नाम करके धोते गए ने। सिमरन सेवा परोपकारी बन के वो पाप धोते गए ने, नहीं तो पाप धोते नहीं जाते। जे कोई इस गल तो मुकरना चाहे भी मैं पाप नहीं करता, ये बड़ा झूठ है, ये अपने आप नाल बहुत बड़ा धोखा है। मनुख पता नहीं किन्ने पाप एक दिन विच कर दिंदा है। इस करके गुरु तो बख्शाउण दा वेला है। अब की बार बख्श बंदे को बाहर ना भौजल फेरा। पातशाह ऐसे बारी बख्श लो, दोबारा दोबारा ये भवजल दे विच फेरा गेड़े ना लाने पै जाण, बख्श दिओ। बख्शाया कि नहीं बख्शाया अपना इतिहास है। इन्हां दिनां दे विच हुण लड़ीवार कथावां चल रहीआं ने, जिहड़े गुरु घर दे कीर्तनीय कथा बाचक रब दे प्यारे तुहाडे वर्गे सुणन वाले सुणाउण वाले, क्योंकि ये समा ही वो चल रहा है जदों कलगी वाले पातशाह आनंदां दी पुरी नूं छड्ड के साध संगत सरसा ते परिवार विछोड़ा, चमकौर दी गढ़ी, बड़े लालां दी शहादत ते माछीवाड़े दा जंगल, भाई गनी खां ते भाई नवी खां मुसलमान वीर गुरु जी की सेवा करते हैं। तो सतगुर जी तारते हुए संगतां नूं मोही पिंड चमका अपना माछीवाड़े तो मोही ते अपना कनेर हेहर ते साध संगत इन्हां पिंडां दे विचों दी हुंदे होए महाराज आलमगीर दी धरती इत्थों लंघ के सतगुरु महाराज जी सच्चे पातशाह होर बेअंत नगरां नूं तारिया। राय कल्ले दे पास रायकोट पहुँचते हैं, उत्थे राय कल्ले ने बड़ी सेवा की है। बड़ा लम्मा प्रसंग है उन्हों का भी, इउं कहण तो भाव मंजिलों मंजिली हुंदे महाराज दीने कांगड़ पहुँच गए। दीने जिहड़े राय जोध दे पोतरे सी ना, लखमीर शमीर ते तख्त मल, इन्हां भरावां नूं पता लग्या भी सतगुरु सच्चे पातशाह साडे नगर आए ने, ते फिर ये साध संगत तो भुल्लां बख्शाउंदे ने, सतगुरां दी सेवा करते हैं। तिन्नों भरा गुरु जी की हजूरी में आके साध संगत बैठ जाते हैं, नमस्कार करके लंगर पानी जल पानी ये बड़ी शरधा पूर्वक छकाउंदे ने। बहुत वड्डे श्रद्धालु होए ने कलगी वाले पातशाह दे। बंदा तो उही हुंदा जिहड़ा विपता दे विच काम आवे। वो की बंदा हुंदा जिहड़ा सुखी वसदे परिवारां नूं विपता पा देवे, उहनूं आपां बंदा आखांगे? नहीं, वो तो पशुआं तो भी गिरिया हुंदा है। जिहड़ा विपता दे समय औखी घड़ी दे समय हत्थ फड़ लवे ना, बराबर खड़ जावे, मोढे ते हत्थ मार के कह दे शेरा परवाह ना करी मैं खड़ा, वो हुंदा बंदा। ते कई तो समाज विच वेखे ने घर सुखी वसदे हुंदे ने, एवें जाण के चुगलिया चप्पे जे ला के दो भरावां दे सिर पड़ा के हो जांदे ने। तमाशगिरी तमाश देखते ने, तमाशा देखते ने, वो किते बंदे हुंदे ने? नहीं, वो तो वेखण नूं ही हुंदे ने। सो महाराज कहते इत्थे चिट्टे कपड़ियां दी गल नहीं, इत्थे सिउने दी गल नहीं, इत्थे जमीन दी गल नहीं, इत्थे तां जमीर दी गल है। इत्थे तां हिरदे दी शुद्धताई दी गल है। सतगुरु सच्चे पातशाह तां हिरदा वेखदे ने सिख दा, भी इहने कुछ सिੱਖਿਆ भी है कि कल्ला कपड़े पाई फिरदा है। सिੱਖੀ भी जिहड़ी है ना, सिੱਖੀ आपां नूं सिੱਖੀ दो तरह की बख्शी है महाराज ने, एक तन की सिੱਖੀ, एक मन की सिੱਖੀ। बहुतियां तो तन की सिੱਖੀ नहीं निभदी, जोर ला लेना। शरीर के जिहड़े आपां ककार पाए ने, केस दाढ़ी रखी है, दस्तार सजाउणी, ये भी मर्यादा है, रहत मर्यादा इहदी भी। ते साध संगत क्यों आपां हुण जिमीदार लोग हाँ, वो कई तो डोरी वाली कहते डोरी वाली पा लेने तो वड्डी है। नहीं, जिहड़ा शास्त्रां नूं प्यार करदा गुरु नूं प्यार करदा है। आखो सतनाम श्री वाहिगुरू। शास्त्र गुरु जी का अंग ने। महाराज कहते मेरा अंग है शास्त्र। साध संगत राय कल्ले नूं महाराज कृपान नहीं दे के आए सी। राय कल्ला कहंदा महाराज जे इस तरह होवेगा भी मुगलिया राज की जड़ पट्टी गई, फिर मैं भी उही हाँ। महाराज कहते कोई गल नहीं, तू सेवा की है साडी, आ कृपान साਂਭ के रखी, नरादर ना करी, संभाल के रखी। जिन्ना चिर कृपान नूं पूजदा रहेगा, शास्त्र की पूजा करेगा, तेरा राज भाग वधदा जाएगा। राय कल्ले ने बड़ी साध संगत पूजा की, इहदे पुੱਤ ने बड़ी की, पर इहदा पोतरा नास्तिक हो गया। जिवें अज अपने बच्चे होए बैठे ने, बहुत बच्चे ने जिहड़े कहंदे असीं की लेना बाणी पढ़ के, साडा की है। ऊँ असीं मनदे हां गुरु नूं। गुरमुखो जिन्हों आपां मनदे होईए ना, उहदी गल मनणी पैंदी है, ਉਹਦੇ बचन मनने पैंदे ने, फिर ठीक है। ਇਹਦਾ पोतरा नास्तिक हो गया। दो चार नौजवान मुंडिਆਂ ਦੇ ਪਿੱਛੇ ਲੱਗ ਕੇ ਕਹਿੰਦੇ ਆ ਕਿਰਪਾਨ ਕਾਹਦੇ ਵਾਸਤੇ ਹੈ? ਕਹਿੰਦਾ ਇਹ ਤਾਂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ। ਉਹ ਕਹਿੰਦੇ ਛੱਡ ਬਖਸ਼ਿਸ਼ਾਂ ਨੂੰ, ਤੇਰੀ ਜਿਹੋ ਜਿਹੇ ਤੇਰੀਆਂ ਨੇ ਉਹੀ ਜੀ ਇਹ ਹੈ, ਇਹਦੇ 'ਚ ਕੀ ਫਰਕ ਹੈ? ਤੈਨੂੰ ਕਿਹਨੇ ਵਹਿਮ ਪਾਤਾ? ਵੇਖਿਓ ਮਾੜੀ ਸਿੱਖਿਆ ਜਦੋਂ ਕਿਸੇ ਨੂੰ ਮਿਲਦੀ ਹੈ ਨਾ, ਕਈ ਬੱਚੇ ਨਸ਼ਾ ਨਹੀਂ ਕਰਦੇ, ਉਹ ਕਿਤੇ ਅਚਨਚੇਤ ਚੜ੍ਹ ਕੇ ਡਿੱਗ ਕੇ ਕਿਤੇ ਨਸ਼ੇੜੀਆਂ ਦੇ
ਉਹ ਕਹਿੰਦੇ ਲੈ ਲਾ ਲੈ ਤੂੰ ਵੀ ਘੁੱਟ। ਕਹਿੰਦਾ ਨਾ ਵੀ ਨਾ, ਮੇਰੇ ਤਾਂ ਦਾਦੇ ਪੜਦਾਦਿਆਂ ਨੇ ਨਹੀਂ ਕਦੇ ਪੀਤੀ। ਕਹਿੰਦੇ ਲੈ ਕਮਾਲ ਦੀ ਗੱਲ, ਇਹਦੇ ਨਾਲ ਕੀ ਹੁੰਦਾ, ਲਾ ਕੇ ਤਾਂ ਦੇਖ ਘੁੱਟ। ਇਹੋ ਜਿਹੀ ਲਵਾਈ ਜ਼ਿੰਦਗੀ ਬਰਬਾਦ ਕਰਕੇ ਰੱਖਤੀ। ਬਸ ਇਹ ਸਮਾਂ ਹੀ ਹੁੰਦਾ, ਜੇ ਤਾਂ ਉਦੋਂ ਸੰਭਲ ਗਏ ਤਾਂ ਸੰਭਲ ਗਏ, ਨਹੀਂ ਫਿਰ ਮੁੜ ਕੇ ਬਰਬਾਦੀ ਹੋਇਆ। ਕਹਿੰਦੇ ਤੇਰੀਆਂ ਵਰਗੀ ਇਹਦੀ ਇਹ ਹੈ, ਕੀ ਫਰਕ ਹੈ। ਕਹਿੰਦੇ ਚੱਕ ਅੱਜ ਸ਼ਿਕਾਰ ਨੂੰ ਚੱਲਦੇ ਆ। ਤੇ ਨਸ਼ਾ ਪੱਤਾ ਕਰਕੇ ਗੁਰਮੁਖੋ ਨਾ ਉਹ ਸ਼ਰਾਬ ਕਬਾਬ ਪੀ ਕੇ ਸਤਿਗੁਰਾਂ ਦੀ ਕਿਰਪਾਨ ਨੂੰ ਗਾਤਰੇ ਪਾ ਕੇ ਲੈ ਗਿਆ ਘੋੜੇ ਤੇ ਚੜ੍ਹ ਕੇ। ਤੇ ਜਦੋਂ ਗਏ ਅੱਗੇ ਸ਼ਿਕਾਰ ਉੱਠ ਖੜਿਆ, ਮਿਰਗ ਦੇ ਪਿੱਛੇ ਲਾਤਾ ਘੋੜਾ। ਤੇ ਸਤਿਗੁਰਾਂ ਦੇ ਬਚਨ ਦਾ ਨਰਾਦਰ ਐਸਾ ਕੀਤਾ ਸਾਧ ਸੰਗਤ, ਇਹਨੇ ਮਿਰਗ ਨੂੰ ਜਦੋਂ ਕਿਰਪਾਨ ਮਾਰੀ ਨਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਬਖਸ਼ਿਸ਼ ਦਿੱਤੀ ਸੀ, ਤੇ ਉਸ ਵੇਲੇ ਮਿਰਗ ਤਾਂ ਪਰੇ ਹੋ ਗਿਆ, ਇਹਦੇ ਪੇਟ ਦੇ ਵਿੱਚ ਕਿਰਪਾਨ ਵੱਜੀ, ਇਹਦੇ ਪੋਤਰੇ ਦੇ। ਉਸੇ ਕਿਰਪਾਨ ਦੇ ਨਾਲ ਇਹਦੀ ਮੌਤ ਹੋਈ, ਇਹਦੇ ਰਾਜ ਭਾਗ ਦਾ ਅੰਤ ਹੋ ਗਿਆ। ਸੋ ਕਹਿਣ ਤੋਂ ਭਾਵ ਇਹ ਤਾਂ ਸਤਿਕਾਰ ਹੈ, ਜਿੰਨਾ ਕਰੀਏ ਉਨਾ ਥੋੜ੍ਹਾ ਹੈ। ਤਾਂ ਲਖਵੀਰ ਸ਼ਮੀਰ ਤੇ ਤਖਤ ਮੱਲ ਬੜੀ ਸੇਵਾ ਕਰਦੇ ਨੇ ਇਹਨਾਂ ਨੇ। ਇਹ ਇਤਿਹਾਸ ਬੜਾ ਲੰਮਾ ਪਰ ਇਸ਼ਾਰੇ ਮਾਤਰ। ਸੇਵਾ ਕਰਦਿਆਂ ਕਰਾਉਂਦਿਆਂ ਹੋਰ ਵੀ ਘਟਨਾਵਾਂ ਵਾਪਰੀਆਂ, ਜਿਵੇਂ ਸਤਿਗੁਰਾਂ ਦਾ ਸ਼ੀਤ ਪ੍ਰਸ਼ਾਦ ਲੈ ਕੇ ਜਾਣਾ ਤੇ ਉਹਨੂੰ ਆਖਣਾ ਵੀ ਘੋੜੇ ਤੇ ਚੜ੍ਹ ਕੇ ਜਿੱਥੋਂ ਤੱਕ ਦਾ ਗੇੜਾ ਲਾਵੇਂਗਾ। ਕਿਉਂਕਿ ਇਹ ਜਿਹੜੇ ਭਾਈ ਰੂਪੇ ਦਾ ਪਰਿਵਾਰ ਸੀ, ਭਾਈ ਰੂਪਾ, ਭਾਈ ਸਾਧੂ, ਇਹਨਾਂ ਦਾ ਹੋਇਆ ਅੱਗੇ ਆਪਣਾ ਭਾਈ ਗੁੱਦੜ, ਤੇ ਭਾਈ ਗੁੱਦੜ ਦਾ ਹੋਇਆ ਭਾਈ ਦਿਆਲਦਾਸ। ਦਿਆਲਦਾਸ ਦਾ ਜਿਹੜਾ ਸੀ ਪਰਿਵਾਰ, ਸਾਧ ਸੰਗਤ, ਦਿਆਲਦਾਸ ਲੈ ਕੇ ਆਇਆ ਸੀ ਚਿੱਟੀ ਪੋਸ਼ਾਕ, ਚਿੱਟੇ ਰੰਗ ਦਾ ਸੋਹਣਾ ਕੱਪੜਾ ਸ਼ਰਧਾ ਨਾਲ ਲੈ ਕੇ ਆਇਆ ਪੋਸ਼ਾਕ। ਮਹਾਰਾਜ ਨੇ ਫਿਰ ਆਖਿਆ ਸ਼ਮੀਰ ਨੂੰ, ਕਹਿੰਦੇ ਸ਼ਮੀਰ ਤੂੰ ਆਹ ਪੋਸ਼ਾਕ ਪਹਿਨ ਕੇ ਨਾ ਘੋੜੇ ਤੇ ਚੜ੍ਹ ਕੇ ਜਿੱਥੇ ਤੱਕ ਗੇੜਾ ਦੇ ਦੇਂਗਾ ਉੱਥੇ ਤੱਕ ਤੇਰਾ ਰਾਜ ਹੋ ਜਾਊਗਾ। ਪਰ ਇਹ ਆਪਣੇ ਮਾਮੇ ਦੇ ਪਿੱਛੇ ਲੱਗ ਕੇ ਨਾ, ਮਾਮਾ ਜਿਹੜਾ ਸੀ ਨਾਸਤਕ ਸੀ, ਉਹ ਸਖੀ ਸਰਬਰ ਦੀ ਪੂਜਾ ਕਰਨ ਵਾਲਾ ਸੀ, ਗੁਰੂਆਂ ਪੀਰਾਂ ਤੇ ਉਹਦਾ ਭਰੋਸਾ ਨਹੀਂ ਸੀ। ਤਾਂ ਫਿਰ ਉਹਦੇ ਕਹਿਣ ਤੇ ਕਹਿੰਦਾ ਲੈ ਤੈਨੂੰ ਕਿੱਥੋਂ ਰਾਜ ਦਵਾ ਦੇਣਗੇ ਜਿਹੜਾ ਆਪਦਾ ਛੱਡ ਕੇ ਆ ਗਏ। ਨਾਸਤਕ ਇਸੇ ਤਰ੍ਹਾਂ ਹੀ ਕਰਦਾ ਹੁੰਦਾ, ਨਾਸਤਕ ਜੁੜਨ ਨਹੀਂ ਦਿੰਦਾ ਹੁੰਦਾ ਕਦੇ ਵੀ, ਕਿਉਂਕਿ ਉਹ ਖੁਦ ਟੁੱਟਿਆ ਹੁੰਦਾ ਹੈ ਤੇ ਉਹ ਅਸ਼ਰਦਕ ਬਣ ਜਾਂਦਾ ਹੈ। ਸਾਧ ਸੰਗਤ ਇੱਥੇ ਤਾਂ ਆਪਣਾ ਤਾਂ ਜਿਹੜਾ ਦਰ ਹੈ ਨਾ, ਇਹ ਦਰ ਦੀ ਨਿਸ਼ਾਨੀ ਹੈ, ਇਹ ਦਰ ਦੀ ਸ਼ਰਤ ਹੈ। ਕਿਵੇਂ ਅੱਜ ਆਪਣੇ ਤੇ ਵੀ ਤੇ ਉਹ ਵੀ ਐਵੇਂ ਗੱਲ ਹੈ। ਕਿਵੇਂ ਜਿਨ੍ਹਾਂ ਨੇ ਸਿਦਕ ਗੁਰਾਂ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ। ਜਿਨ੍ਹਾਂ ਨੇ ਸਿਦਕ ਗੁਰਾਂ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ ਏ। ਜਿਨ੍ਹਾਂ ਨੇ ਸਿਦਕ ਗੁਰਾਂ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ ਏ। ਜਿਨ੍ਹਾਂ ਨੇ ਸਿਦਕ ਗੁਰਾਂ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ ਏ। ਜਿਨ੍ਹਾਂ ਨੇ ਸਿਦਕ ਗੁਰਾਂ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ ਏ। ਸਿਦਕ ਗੁਰਾਂ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ ਏ। ਜਿਨ੍ਹਾਂ ਨੇ ਸਿਦਕ ਗੁਰਾਂ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ। ਜਿਨ੍ਹਾਂ ਨੇ ਸਿਦਕ ਗੁਰਾਂ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ ਏ। ਜਿਨ੍ਹਾਂ ਨੇ ਸਿਦਕ ਗੁਰਾਂ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ ਏ। ਜਿਨ੍ਹਾਂ ਨੇ ਸਿਦਕ ਗੁਰਾਂ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ ਏ। ਜਿਨ੍ਹਾਂ ਨੇ ਸਿਦਕ ਗੁਰਾਂ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ ਏ। ਸਿਦਕ ਗੁਰਾਂ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ ਏ। ਜਿਹੜੇ ਲੱਗ ਗਏ ਮਨ ਦੇ ਪਿੱਛੇ, ਲੱਗ ਗਏ ਮਨ ਦੇ, ਜਿਹੜੇ ਲੱਗ ਗਏ ਮਨ ਦੇ ਪਿੱਛੇ, ਜਿਹੜੇ ਲੱਗ ਗਏ ਮਨ ਦੇ ਪਿੱਛੇ, ਲੱਗ ਗਏ ਮਨ ਦੇ ਪਿੱਛੇ, ਲੱਗ ਗਏ ਮਨ ਦੇ ਪਿੱਛੇ, ਜਿਹੜੇ ਲੱਗ ਗਏ ਮਨ ਦੇ ਪਿੱਛੇ, ਲੱਗ ਗਏ ਮਨ ਦੇ ਪਿੱਛੇ, ਜਿਹੜੇ ਲੱਗ ਗਏ ਮਨ ਦੇ ਪਿੱਛੇ, ਲੱਗ ਗਏ ਮਨ ਦੇ ਪਿੱਛੇ, ਲੱਗ ਗਏ ਮਨ ਦੇ ਪਿੱਛੇ, ਲੱਗ ਗਏ ਮਨ ਦੇ ਪਿੱਛੇ। ਸਭ ਕੁਛ ਗਵਾਇਆ ਉਹਨਾਂ ਨੇ, ਸਭ ਕੁਛ ਗਵਾਇਆ ਏ। ਉਹਨਾਂ ਨੇ ਸਭ ਕੁਛ ਗਵਾਇਆ ਏ। ਉਹਨਾਂ ਨੇ ਸਭ ਕੁਛ ਗਵਾਇਆ ਏ। ਸਭ ਕੁਛ ਗਵਾਇਆ ਏ।
ਜਿਨ੍ਹਾਂ ਨੇ ਸਿਦਕ ਗੁਰਾਂ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ। ਜਿਨ੍ਹਾਂ ਨੇ ਸਿਦਕ ਗੁਰਾਂ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ ਏ। ਜਿਨ੍ਹਾਂ ਨੇ ਸਿਦਕ ਗੁਰਾਂ ਤੇ ਰੱਖਿਆ ਸਭ ਕੁਛ ਪਾਇਆ ਏ। ਜਿਨ੍ਹਾਂ ਨੇ ਸਿਦਕ ਗੁਰਾਂ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ ਏ। ਜਿਨ੍ਹਾਂ ਨੇ ਸਿਦਕ ਗੁਰਾਂ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ ਏ। ਜਿਨ੍ਹਾਂ ਨੇ ਸਿਦਕ ਗੁਰਾਂ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ ਏ। ਸਿਦਕ ਵਾਲੇ ਹੁੰਦੇ ਨੇ ਜਿਹੜੇ ਉਹ ਸਹਿਜ ਵਿੱਚ ਆਉਂਦੇ ਨੇ। ਬਾਬਾ ਭਗਤ ਕਬੀਰ ਜੀ ਕਹਿੰਦੇ ਮਰਨੋਂ ਮਰਨ ਕਹੈ ਸਭ ਕੋਈ, ਕਹਿੰਦੇ ਮੌਤ ਮੌਤ ਤਾਂ ਹਰ ਕੋਈ ਆਖੀ ਜਾਂਦਾ। ਸਹਿਜੇ ਮਰੈ ਅਮਰ ਹੋਏ ਸੋਈ, ਉਹ ਸਹਿਜ ਵਿੱਚ ਆਉਂਦੇ ਨੇ। ਸਹਿਜ ਵਿੱਚ ਭਾਵ ਜਿਉਣਾ ਮਰਨਾ ਤੇ ਜੀਵਨ ਸਭ ਗੁਰੂ ਨੂੰ ਸੌਂਪ ਦਿੰਦੇ ਨੇ। ਹਉਮੈ ਹੰਕਾਰ ਦੀਆਂ ਕੰਧਾਂ ਤੋੜ ਕੇ, ਬੈਰ ਵਿਰੋਧ ਨਫ਼ਰਤ ਦੀਆਂ ਕੰਧਾਂ ਭੰਨ ਕੇ ਗੁਰੂ ਦੇ ਹੁਕਮ ਵਿੱਚ ਜਿਉਂਦੇ ਨੇ, ਸਹਿਜ ਵਿੱਚ। ਤੇ ਉਹ ਫਿਰ ਮਰ ਕੇ ਵੀ ਅਮਰ ਹੋ ਜਾਂਦੇ ਨੇ, ਉਹ ਸਭ ਕੁਝ ਪ੍ਰਾਪਤ ਕਰ ਲੈਂਦੇ ਨੇ। ਮਨਮੁਖ ਆਪਣਾ ਮੂਲ ਵੀ ਗਵਾ ਲੈਂਦਾ, ਮਨਮੁਖ ਦੋਨੇ ਲੋਕ ਆਪਣੇ ਸਾਧ ਸੰਗਤ ਬਰਬਾਦ ਕਰ ਲੈਂਦਾ। ਜਿਹੜੇ ਮਨ ਦੇ ਪਿੱਛੇ ਚੱਲੇ, ਵੇਖੋ ਇਤਿਹਾਸ ਹੈ, ਸਬੂਤ ਨੇ। ਦੁਨੀ ਚੰਦ ਨੂੰ ਮਹਾਰਾਜ ਕਹਿੰਦੇ ਲੈ ਵੀ ਦੁਨੀ ਚੰਦਾ, ਬਥੇਰੀਆਂ ਖੁਰਾਕਾਂ ਖਾਧੀਆਂ ਨੇ, ਬੜਾ ਤਕੜਾ ਤੇਰਾ ਸਰੀਰ ਹੈ, ਲੈ ਕੱਲ ਨੂੰ ਹਾਥੀ ਆਉਣਾ ਤੇ ਹਾਥੀ ਦਾ ਮੁਕਾਬਲਾ ਤੂੰ ਕਰਨਾ ਹੈ। ਪਹਿਲਾਂ ਤਾਂ ਗੁਰੂ ਦਾ ਹੁਕਮ ਮੰਨਦਾ ਸੀ, ਕਹਿੰਦਾ ਮੈਂ ਗੁਰੂ ਦਾ। ਪਰ ਜਦੋਂ ਕਸਵੱਟੀ ਲੱਗੀ ਨਾ, ਰਾਤ ਨੂੰ ਕਿਲੇ ਦੀ ਕੰਧ ਟੱਪ ਕੇ ਟੱਪਣ ਲੱਗਿਆ, ਡਿੱਗਦੇ ਦੀ ਲੱਤ ਟੁੱਟੀ ਤੇ ਘਰੇ ਜਾ ਕੇ ਮੌਤ ਹੋ ਗਈ। ਮਨ ਦੇ ਪਿੱਛੇ ਲੱਗ ਗਿਆ, ਦੋਨੇ ਲੋਕ ਗਵਾ ਲਏ। ਜਦੋਂ ਸਤਿਗੁਰਾਂ ਨੇ ਆਖਿਆ ਸਵੇਰ ਵੇਲੇ, ਕਹਿੰਦੇ ਦੁਨੀ ਚੰਦ ਕਿੱਥੇ ਆ? ਕਹਿੰਦੇ ਮਹਾਰਾਜ ਭੱਜ ਗਿਆ। ਕਹਿੰਦੇ ਫਿਰ ਇੱਥੇ ਮੌਤ ਤੋਂ ਡਰਦਾ, ਹੁਣ ਕਿਹੜਾ ਬਚ ਜੂਗਾ? ਦੋਨੇ ਲੋਕ ਗਵਾ ਲਏ। ਗੁਰੂ ਦੀ ਖੁਸ਼ੀ ਨਹੀਂ ਲੈ ਸਕਿਆ। ਤੇ ਛੋਟਾ ਜਿਹਾ ਕੱਦ ਹੈ ਇਤਿਹਾਸ ਵਿੱਚ ਭਾਈ ਬਚਿੱਤਰ ਸਿੰਘ ਦਾ। ਮਹਾਰਾਜ ਨੇ ਦਿੱਤਾ ਥਾਪੜਾ, ਬਚਿੱਤਰ ਸਿੰਘ ਹਾਥੀ ਨਾਲ ਮੁਕਾਬਲਾ ਕਰਨਾ ਹੈ। ਕਹਿੰਦਾ ਮਹਾਰਾਜ ਹਾਥੀ ਕੀ ਚੀਜ਼ ਹੈ? ਜੇ ਇਹ ਤੋਂ ਵੀ ਵੱਡੀ ਗੱਲ ਕੋਈ ਚੀਜ਼ ਹੋਵੇ, ਜਦੋਂ ਤੁਹਾਡਾ ਥਾਪੜਾ ਮਿਲ ਜਾਵੇ। ਲੈ ਹੁਣ ਭਾਈ ਬਚਿੱਤਰ ਸਿੰਘ ਨੂੰ ਕੋਈ ਭੁੱਲਿਆ? ਰਹਿੰਦੀ ਦੁਨੀਆ ਤੱਕ ਚੰਦ ਸੂਰਜ ਤਾਰੇ ਰਹਿਣਗੇ, ਭਾਈ ਬਚਿੱਤਰ ਸਿੰਘ ਨੂੰ ਨਹੀਂ ਕੋਈ ਭੁੱਲ ਸਕਦਾ। ਉਹ ਸਰੀਰ ਕਰਕੇ ਨਹੀਂ ਆਪਣੇ ਚ ਹੈਗੇ, ਉਹਨਾਂ ਦੇ ਮਹਾਨ ਗੁਣ ਤੇ ਉਹਨਾਂ ਦੇ ਯਾਦਾਂ ਤਾਂ ਹਮੇਸ਼ਾ ਆਪਣੇ ਨਾਲ ਨੇ ਨਾ। ਸੋ ਇਸ ਕਰਕੇ ਆਪਾਂ ਗਵਾਉਣ ਵਾਸਤੇ ਨਹੀਂ ਇੱਥੇ ਕੁਛ ਆਏ, ਆਪਾਂ ਪਾਉਣ ਵਾਸਤੇ ਆਏ ਆ। ਲਓ ਸੁਣਿਆ ਹੁਣ ਕਿਵੇਂ ਜਿਹੜੇ ਗੁਰੂ ਤੇ ਸਿਦਕ ਰੱਖਦੇ ਨੇ। ਕਲਗੀ ਵਾਲੇ ਪਾਤਸ਼ਾਹ ਨੂੰ ਫਿਰ ਭਾਈ ਸ਼ਮੀਰ ਦੀ ਸੇਵਾ ਜਿਹੜੀ ਸੀ ਉਹ ਬਹੁਤ ਭਾਗੀ। ਕਹਿੰਦੇ ਸ਼ਮੀਰ ਤੇਰੇ ਪਰਿਵਾਰ ਦੀ ਸੇਵਾ, ਤੇਰੀ ਸੇਵਾ ਤੇ ਅਸੀਂ ਪ੍ਰਸੰਨ ਹੋ ਗਏ। ਕਹਿੰਦੇ ਕੋਈ ਤੇਰੀ ਹੈ ਮੰਗਣਾ ਕੁਛ? ਕਹਿੰਦਾ ਹਾਂ ਮਹਾਰਾਜ ਮੰਗਣਾ। ਕਹਿੰਦੇ ਮੰਗ ਲੈ। ਕਹਿੰਦਾ ਮਹਾਰਾਜ 84 ਦਾ ਗੇੜਾ ਕੱਟ ਦਿਓ। ਲਓ ਕਿੱਡੀ ਸੋਹਣੀ ਮੰਗ ਮੰਗੀ ਭਾਈ ਸ਼ਮੀਰ ਨੇ। ਇਹ ਉਹ ਮੰਗਦਾ ਜਿਹਦੀ ਤਿਆਰੀ ਹੁੰਦੀ ਹੈ, ਜਿਨ੍ਹਾਂ ਨੇ ਗੁਰਮਤ ਦੀ ਥਿਉਰੀ ਨੂੰ ਪੜ੍ਹਿਆ, ਜਿਨ੍ਹਾਂ ਨੂੰ ਪਤਾ ਵੀ ਆਹ ਸੰਸਾਰ ਦੀਆਂ ਵਸਤੂਆਂ ਕੂੜੀਆਂ ਨੇ, ਇਹਨਾਂ ਵਿੱਚ ਉਹ ਸੁੱਖ ਨਹੀਂ ਜਿਹੜਾ ਗੁਰੂ ਦੇ ਪਿਆਰ ਵਿੱਚ ਸੁੱਖ ਹੈ। ਕਿਉਂਕਿ ਅੰਧਕਾਰ ਦੇ ਵਿੱਚ ਤਾਂ ਇਹੀ ਚੰਗੀਆਂ ਲੱਗਦੀਆਂ ਨੇ। ਜਦੋਂ ਗੁਰਬਾਣੀ ਚਾਨਣ ਪ੍ਰਕਾਸ਼ ਹੋਇਆ ਹਿਰਦੇ ਵਿੱਚ, ਫਿਰ ਇਹ ਤਾਂ ਕੁਛ ਵੀ ਹੈ ਨਹੀਂ ਉੱਥੇ। ਤਾਂ ਭਾਈ ਮਹਾਰਾਜ ਚੁੱਪ ਕਰ ਗਏ। ਕਹਿੰਦੇ ਹੋਰ ਮੰਗ ਲੈ ਕੁਛ? ਕਹਿੰਦਾ ਨਹੀਂ ਮਹਾਰਾਜ ਜਨਮ ਮਰਨ ਕੱਟ ਦਿਓ। ਕਲਗੀ ਵਾਲੇ ਪਾਤਸ਼ਾਹ ਕਹਿੰਦੇ ਸ਼ਮੀਰ ਅਜੇ ਤਾਂ ਤੇਰੇ ਬਹੁਤ ਜਨਮ ਪਏ ਨੇ, ਐ ਕਿਵੇਂ ਕੱਟ ਦਈਏ? ਤੂੰ ਤਾਂ ਬਹੁਤ ਜੂਨਾਂ ਭੋਗਣੀਆਂ ਨੇ। ਉਦਾਸ ਹੋ ਗਿਆ। ਕਹਿੰਦਾ ਸੱਚੇ ਪਾਤਸ਼ਾਹ ਆਪ ਜੀ ਨੇ ਬਚਨ ਵੀ ਦਿੱਤਾ ਵੀ ਮੰਗ ਵੀ ਲਓ ਕੁਛ, ਤੇ ਜੇ ਮੰਗਿਆ ਵੀ ਤੇ ਫਿਰ ਹੁਣ ਜਨਮ ਤਾਂ ਤੁਸੀਂ ਉਹ ਕੱਟਣੇ ਨੇ ਨਾ। ਜਿਹੜਾ 84 ਵਾਲਾ ਗੇੜਾ ਮਹਾਰਾਜ ਆਪ ਜੀ ਨੇ ਕੱਟਣਾ, ਕੱਟੋ। ਮਹਾਰਾਜ ਚੁੱਪ ਕਰ ਗਏ। ਕਹਿੰਦੇ ਕੋਈ ਨਹੀਂ ਫਿਰ ਠੀਕ ਹੈ। ਇਉਂ ਕਹਿਤਾ ਮਹਾਰਾਜ ਨੇ। ਜਦੋਂ ਇਉਂ ਆਖਿਆ ਨਾ, ਸ਼ਮੀਰ ਘਰੇ ਚਲਿਆ ਗਿਆ। ਹੁਣ ਅੰਤਰਜਾਮੀ ਸਤਿਗੁਰੂ ਬਚਨ ਦੇ ਪੂਰੇ ਸੂਰਬੀਰ ਬਲੀ ਸ਼ਮੀਰ ਰਾਤ ਨੂੰ ਸੌਂ ਗਿਆ। ਜਦੋਂ ਸੁੱਤਾ ਨਾ, ਹੁਣ ਪੂਰੇ ਗੁਰੂ ਦੀ ਤਾਕਤ ਵੇਖੋ। ਜਦੋਂ ਸੁੱਤਾ ਇਹਨੂੰ ਸੁਪਨਾ ਆ ਗਿਆ। ਇਹੋ ਜਿਹਾ ਸੁਪਨਾ ਆਇਆ ਭਿਆਨਕ। ਗੂੜੀ ਨੀਂਦ ਵਿੱਚ ਸੌਂ ਗਿਆ ਤੇ ਸੁਪਨੇ ਵਿੱਚ ਨਾ ਇਹ ਮਰ ਗਿਆ। ਜਦੋਂ ਇਹਦੀ ਮੌਤ ਹੋਈ ਫਿਰ ਇਹ ਟੇਢੀਆਂ ਮੇਢੀਆਂ ਜੂਨਾਂ ਲੱਗ ਗਿਆ ਭੋਗਣ। ਕਿਤੇ ਸੂਰ ਬਣ ਗਿਆ, ਕਿਤੇ ਸੱਪ ਬਣ ਗਿਆ, ਕਿਤੇ ਕੁੱਤਾ ਬਣ ਗਿਆ, ਕਿਤੇ ਕਾਂ ਬਣ ਗਿਆ, ਕਿਤੇ ਪੰਛੀ, ਕੁਛ ਪਤਾ ਨਹੀਂ ਕੀ ਕੁਛ ਬਣਿਆ। ਅਖੀਰ ਤੇ ਜਾ ਕੇ ਇਤਿਹਾਸ ਕਹਿੰਦਾ ਇਹਦਾ ਚੰਡਾਲਾਂ ਦੇ ਘਰੇ ਜਨਮ ਹੋ ਗਿਆ। ਬਾਅਦ ਵਿੱਚ ਸ਼ਮੀਰ ਨੇ ਦੱਸਿਆ ਗੁਰੂ ਜੀ ਨੂੰ ਆ ਕੇ ਵੀ ਮੇਰੇ ਨਾਲ ਆਹ ਬਣੇ, ਚੰਡਾਲਾਂ ਦੇ ਘਰੇ ਜਨਮ ਹੋਇਆ। ਤੇ ਫਿਰ ਉੱਥੇ ਇਹਦੇ 5-7 ਬੱਚੇ ਹੋ ਗਏ।
ਇਹਦੀ ਆਰਥਿਕ ਜਿਹੜੀ ਸਥਿਤੀ ਸੀ ਉਹ ਬਹੁਤ ਪਤਲੀ ਸੀ, ਕਮਜ਼ੋਰ ਹੋ ਗਿਆ। ਬੱਚਿਆਂ ਦਾ ਪੇਟ ਨਾ ਭਰਿਆ ਕਰੇ। ਇੱਕ ਦਿਨ ਇੱਥੋਂ ਗੱਲ ਆ ਗਈ ਵੀ ਇਹਦੇ ਘਰੇ ਰੋਟੀ ਵੀ ਪੱਕਣੀ ਬੰਦ ਹੋ ਗਈ। ਪੀਲੂ ਹੁੰਦੇ ਪਹਿਲੇ ਸਮਿਆਂ ਦੇ ਵਿੱਚ, ਅੱਜ ਤੋਂ 30 ਸਾਲ ਪਹਿਲਾਂ ਪੀਲੂ ਬਜ਼ੁਰਗਾਂ ਨੂੰ ਪਤਾ ਹੈ। ਉਹ ਜਦੋਂ ਲੋ ਬਹੁਤੀ ਚੱਲਦੀ ਉਹਨੇ ਮਿੱਠੇ ਪੀਲੂ ਹੁੰਦੇ, ਤੇ ਉਹ ਪੀਲੂ ਜਿਹੜੇ ਸੀ ਨਾ, ਇਹ ਬੱਚਿਆਂ ਨੂੰ ਲੈ ਕੇ ਭੁੱਖੇ ਮਰਦਿਆਂ ਨੂੰ ਖੇਤਾਂ 'ਚ ਚਲਿਆ ਗਿਆ। ਖੇਤਾਂ 'ਚ ਜਾ ਕੇ ਪੀਲੂ ਦੇ ਉੱਪਰ ਚੜ੍ਹ ਗਿਆ ਤੇ ਥੱਲੇ ਪਰਿਵਾਰ ਖੜਾਤਾ ਤੇ ਡਾਹਣੀਆਂ ਹਿਲਾਉਂਦਾ। ਕੁਛ ਪੀਲੂ ਉੱਪਰ ਚੜ੍ਹ ਕੇ ਭੁੱਖ ਸੀ ਲੱਗੀ ਹੋਈ, ਆਪ ਛਕੀ ਜਾਂਦਾ, ਤੇ ਕੁਛ ਪੀਲੂ ਧਰਤੀ ਤੇ ਡਿੱਗੀ ਜਾਂਦੇ ਨੇ। ਫਟਾਫਟ ਬੱਚੇ, ਪਰਿਵਾਰ, ਘਰ ਵਾਲੀ ਉਹ ਚੁੱਕ ਚੁੱਕ ਕੇ ਖਾਈ ਜਾਂਦੇ ਨੇ। ਅਖੀਰ ਇਹਨੇ ਬਹੁਤ ਪੀਲੂ ਸਿੱਟੇ ਤੇ ਆਪ ਵੀ ਖਾਧੇ। ਇਹਦਾ ਕਿਤੇ ਪਤਲੀ ਟਾਹਣੀ ਤੇ ਪੈਰ ਟਿਕ ਗਿਆ। ਜਦੋਂ ਪਤਲੀ ਟਾਹਣੀ ਤੇ ਪੈਰ ਟਿਕਿਆ ਤੇ ਸ਼ਮੀਰ ਧੜਮ ਕਰਕੇ ਡਿੱਗ ਗਿਆ ਥੱਲੇ, ਧਰਤੀ ਤੇ ਡਿੱਗ ਗਿਆ। ਜਦੋਂ ਧਰਤੀ ਤੇ ਡਿੱਗਿਆ ਨਾ, ਉਧਰ ਪਲੰਘ ਤੇ ਪਿਆ, ਉਧਰ ਪਲੰਘ ਤੇ ਪਿਆ, ਕਿਤੇ ਨਾ ਕਿਤੇ ਇਹ ਦਸ਼ਾ ਆਪਣੀ ਹੋਈ ਹੈ। ਮਹਾਰਾਜ ਜੀ ਨੇ ਭਗਤ ਰਵਿਦਾਸ ਜੀ ਨੂੰ ਬਚਨ ਲਿਖਿਆ ਹੋਇਆ, ਸ਼ਬਦ ਪੂਰਾ। ਸਤਿਗੁਰਾਂ ਨੇ ਹੁਣ ਉਧਰ ਤਾਂ ਉਹ ਰਾਜਾ ਹੈ, ਇੱਧਰ ਸਾਧ ਸੰਗਤ ਪੀਲੂ ਤੇ ਹੈ, ਗਰੀਬੀ ਆ ਘਰ ਵਿੱਚ। ਇਹ ਉਹ ਚੀਜ਼ ਆਪਣੇ ਨਾਲ ਹੋਈ ਹੈ। ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ। ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ ਰਾਜਾ। ਆਪਾਂ ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਸਾਡਾ ਚਿੱਤ ਸੁਪਨੇ ਨਾਲ ਲੱਗਿਆ ਹੋਇਆ। ਆ ਸੰਸਾਰ ਸੁਪਨਾ ਹੈ, ਇਹ ਸੰਸਾਰ ਸੁਪਨਾ ਹੈ। ਇਹ ਸੁਪਨੇ ਵਿੱਚ ਚਿੱਤ ਲੱਗ ਗਿਆ। ਤੇ ਇੱਥੇ ਨਾ ਰੱਬ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ, ਪਰ ਬੰਦਾ ਕਹਿੰਦਾ ਹਾਏ ਕੁਛ ਨਹੀਂ, ਹਾਏ ਹਜੇ ਤਾਂ ਕੁਛ ਬਣਿਆ ਨਹੀਂ। 5 ਕਿੱਲਿਆਂ ਤੋਂ 15 ਕਿੱਲੇ ਬਣਾ ਲਏ, ਕਹਿੰਦਾ ਅਜੇ ਬਣਿਆ ਨਹੀਂ ਕੁਛ। ਫਿਰ ਮਹਾਰਾਜ ਕਹਿੰਦੇ ਹੁਣ ਤੈਨੂੰ ਸੁਖੀ ਕੌਣ ਕਰੇ ਦੱਸ। ਮਹਿਲਾਂ ਵਿੱਚ ਸੁੱਤਾ ਪਿਆ ਰਾਜਾ, ਸੁਪਨੇ 'ਚ ਹੋ ਗਿਆ ਮੰਗਤਾ ਪਿਆਰਿਓ। ਮਹਿਲਾਂ ਵਿੱਚ ਸੁੱਤਾ ਪਿਆ, ਸੁਪਨੇ 'ਚ ਹੋ ਗਿਆ ਮੰਗਤਾ। ਵਿੱਚ ਸੁੱਤਾ ਪਿਆ ਰਾਜਾ, ਸੁਪਨੇ 'ਚ ਹੋ ਗਿਆ ਮੰਗਤਾ। ਪਿਆਰੀ ਮਹਿਲਾਂ ਵਿੱਚ ਸੁੱਤਾ ਪਿਆ ਰਾਜਾ, ਸੁਪਨੇ 'ਚ ਹੋ ਗਿਆ ਮੰਗਤਾ। ਪਿਆਰੀ ਮਹਿਲਾਂ ਵਿੱਚ ਸੁੱਤਾ ਪਿਆ ਰਾਜਾ, ਸੁਪਨੇ 'ਚ ਹੋ ਗਿਆ ਮੰਗਤਾ। ਪਿਆਰੀ ਮਹਿਲਾਂ ਵਿੱਚ ਸੁੱਤਾ ਪਿਆ ਰਾਜਾ, ਸੁਪਨੇ 'ਚ ਹੋ ਗਿਆ ਮੰਗਤਾ। ਮਹਿਲਾਂ ਵਿੱਚ ਸੁੱਤਾ ਪਿਆ ਰਾਜਾ, ਬਈ ਸੁੱਤਾ ਪਿਆ ਰਾਜਾ, ਸੁਪਨੇ 'ਚ ਹੋਇਆ ਮੰਗਤਾ। ਪਿਆਰਿਓ ਮਹਿਲਾਂ ਵਿੱਚ ਸੁੱਤਾ ਪਿਆ ਰਾਜਾ, ਸੁਪਨੇ 'ਚ ਹੋਇਆ ਮੰਗਤਾ। ਮਹਿਲਾਂ ਵਿੱਚ ਸੁੱਤਾ ਪਿਆ ਰਾਜਾ, ਸੁਪਨੇ 'ਚ ਹੋਇਆ ਮੰਗਤਾ। ਪਿਆਰੀ ਮਹਿਲਾਂ ਵਿੱਚ ਸੁੱਤਾ ਪਿਆ ਰਾਜਾ, ਸੁਪਨੇ 'ਚ ਹੋਇਆ ਮੰਗਤਾ। ਮਹਿਲਾਂ ਵਿੱਚ ਸੁੱਤਾ ਪਿਆ ਰਾਜਾ, ਸੁਪਨੇ 'ਚ ਹੋਇਆ ਮੰਗਤਾ। ਪਿਆਰੀ ਮਹਿਲਾਂ ਵਿੱਚ ਸੁੱਤਾ ਪਿਆ ਰਾਜਾ, ਸੁਪਨੇ 'ਚ ਹੋਇਆ ਮੰਗਤਾ। ਮਹਿਲਾਂ ਵਿੱਚ ਸੁੱਤਾ ਪਿਆ ਰਾਜਾ, ਸੁਪਨੇ 'ਚ ਹੋਇਆ ਮੰਗਤਾ। ਉਹ ਪਿਆਰੇ ਮਹਿਲਾਂ ਵਿੱਚ ਸੁੱਤਾ ਪਿਆ ਰਾਜਾ, ਸੁਪਨੇ 'ਚ ਹੋਇਆ ਮੰਗਤਾ। ਹੁਣ ਮਹਾਰਾਜ ਨੇ ਆਪਾਂ ਨੂੰ ਬਣਾਇਆ ਤਾਂ ਰਾਜੇ ਹੈ, ਧਿਆਨ ਨਾਲ ਸੁਣਿਓ ਬਚਨ। ਪਤਾ ਹੁਣ ਆਪਾਂ ਜਿੰਨੇ ਬੈਠੇ ਆ, ਕਿਸੇ ਦੇ ਘਰੇ ਸਾਧ ਸੰਗਤ ਸ਼ੈੱਡ ਥੱਲੇ ਵੱਡੀ ਕੰਬਾਈਨ ਲੱਗੀ ਖੜੀ ਹੈ, ਕਿਸੇ ਦੇ ਗੱਡੀ ਟਰੈਕਟਰ ਖੜਾ, ਕਿਤੇ 2-2 ਮੋਟਰਸਾਈਕਲ ਖੜੇ ਨੇ। ਸਵੇਰ ਦਾ ਪ੍ਰਸ਼ਾਦਾ ਛਕਦਾ, ਕਿਤੇ ਮੂਲੀਆਂ ਵਾਲੇ ਪਰੌਂਠੇ, ਕਿਤੇ ਪਨੀਰ ਦੇ ਪਰੌਂਠੇ, ਕਿਤੇ ਨਾਲ ਦਹੀਂ ਹੁੰਦੀ ਹੈ, ਤੇ ਕਿਤੇ ਨਾਲ ਟਮਾਟਰ ਸਲਾਦ। ਮਾਫ ਕਰਿਓ, ਜਿਹੜੇ ਗੁਰੂ ਦੇ ਭੈ ਵਿੱਚ ਨੇ ਉਹ ਵੀ ਨੇ, ਜਿਨ੍ਹਾਂ ਦੇ ਨਾਲ ਇੱਕ ਐਡੀ ਵੱਡੀ ਬੋਤਲ ਪਈ ਹੁੰਦੀ ਹੈ, ਨਾਲ ਕੱਚ ਦੇ ਗਲਾਸ ਪਏ ਹੁੰਦੇ ਨੇ। ਤੇ ਸਾਧ ਸੰਗਤ, ਸਤਿਗੁਰਾਂ ਨੇ ਸਾਨੂੰ ਕੀ ਖਾਣ ਵਾਸਤੇ ਨਹੀਂ ਦਿੱਤਾ, ਕੀ ਪਹਿਨਣ ਵਾਸਤੇ ਨਹੀਂ ਦਿੱਤਾ, ਕੀ ਸਾਨੂੰ ਵਰਤਣ ਵਾਸਤੇ ਨਹੀਂ ਦਿੱਤਾ। ਧੀਆਂ ਪੁੱਤ, ਮਾਵਾਂ ਭੈਣਾਂ, ਕਿੰਨਾ ਕੁਛ ਵਾਹਿਗੁਰੂ ਨੇ ਦਿੱਤਾ। ਜੇ ਫਿਰ ਵੀ ਬਿਲਕਣਾ ਹੈ, ਮਹਾਰਾਜ ਕਹਿੰਦੇ ਮੇਰੇ ਕੋਲ ਇਲਾਜ ਨਹੀਂ ਇਸ ਗੱਲ ਦਾ। ਫਿਰ
ਰਾਜੇ ਬਣਾਇਆ ਹੋਇਆ ਆਪਾਂ ਨੂੰ, ਰਾਜੇ ਮਹਾਰਾਜ ਨੇ। ਤੇ ਉਹ ਵੀ ਲੋਕ ਨੇ ਇਸ ਸੰਸਾਰ ਤੇ ਜਿਹੜਾ ਨਾ ਤੁਸੀਂ ਅੱਖਾਂ ਨਾਲ ਵੇਖਿਆ ਹੋਣਾ, ਜਿਹੜੇ ਆਪਾਂ ਪੈਲਸ ਦੇ ਵਿੱਚ ਕਿਤੇ ਬਰਾਤ ਜਾਂਦੇ ਹਾਂ, ਫੰਕਸ਼ਨ 'ਚ ਜਾਂਦੇ ਹਾਂ, ਉਹ ਬਾਹਰਲੇ ਪਾਸੇ ਨਾ ਪੱਤਲਾਂ ਸਿੱਟਣ ਵਾਸਤੇ ਢੋਲ ਲੱਗੇ ਹੁੰਦੇ ਨੇ। ਢੋਲ ਅੱਖਾਂ ਨਾਲ ਵੇਖਿਆ ਤੁਸੀਂ ਵੀ ਤੇ ਮੈਂ ਵੀ, ਆਪਣੇ ਆਪ ਮੂੰਹੋਂ ਨਿਕਲੂ ਵੀ ਧੰਨ ਸੱਚੇ ਪਾਤਸ਼ਾਹ ਅਸੀਂ ਤਾਂ ਰਾਜੇ ਹੀ ਹਾਂ। ਉੱਥੇ ਨਾ ਇੱਕ ਬੱਚਾ ਬੰਨਿਆ ਹੁੰਦਾ ਢੂਹੀ ਤੇ ਪਿਛਲੇ ਪਾਸੇ, ਤੇ ਸਾਧ ਸੰਗਤ ਨਾਲ 3-4 2 ਸੱਜੇ 2 ਖੱਬੇ ਹੁੰਦੇ ਨੇ, ਤੇ ਉਹ ਪੱਤਲਾਂ ਦੇ ਵਿੱਚ ਜਿਹੜੀ ਕੋਈ ਭੋਰਾ ਮਠਿਆਈ ਬਚੀ ਹੁੰਦੀ ਆ, ਕੋਈ ਬੇਹੀ ਰੋਟੀ ਬਚੀ ਹੁੰਦੀ ਹੈ, ਉਹ ਚੱਕ ਕੇ ਨਾ ਉੱਥੇ ਆਨੰਦ ਨਾਲ ਛਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਘਰ ਨੂੰ ਮੁੜ ਜਾਂਦੇ ਨੇ। ਇਹੋ ਜਿਹੇ ਵੀ ਲੋਕ ਨੇ ਜਿਨ੍ਹਾਂ ਨੂੰ ਉਹ ਪ੍ਰਾਪਤ ਹੈ। ਉਸ ਤਰ੍ਹਾਂ ਰੋਟੀ ਉਹ ਨਹੀਂ ਮਿਲਦੀ ਘਰੇ ਤਵੇ ਦੀ ਪਕਾਈ, ਝੂਠ ਚੁੱਕ ਚੁੱਕ ਕੇ ਢਿੱਡ ਭਰਦੇ ਨੇ। ਰੱਬ ਤੋਂ ਡਰੀਏ ਗੁਰਮੁਖੋ, ਸ਼ੁਕਰ ਕਰਿਆ ਕਰੀਏ ਰੱਬ ਦਾ, ਫੇਰ ਵਾਹਿਗੁਰੂ ਪ੍ਰਸੰਨ ਰਹਿੰਦਾ ਜੇ ਅਸੀਂ ਇਉਂ ਸ਼ੁਕਰ ਕਰੀਏ ਵੀ ਹਾਂ ਮੇਰੀ ਗੱਲ ਮੰਨਦਾ ਸਿੱਖ। ਤੇ ਭਾਈ ਫਿਰ ਸ਼ਮੀਰ ਜਦੋਂ ਇਸ ਤਰ੍ਹਾਂ ਕੀਤਾ ਨਾ, ਡਿੱਗ ਗਿਆ, ਉਹਦੀ ਅੱਖ ਖੁੱਲ੍ਹ ਗਈ। ਜਦੋਂ ਅੱਖ ਖੁੱਲ੍ਹੀ, ਮੁੜਕੋ ਮੁੜਕੀ ਹੋ ਗਿਆ, ਦਿਲ ਦੀ ਧੜਕਣ ਵੱਧ ਗਈ। ਓਹੋ, ਆਹ ਕੀ ਬਣ ਗਿਆ ਬਈ। ਇਉਂ ਪ੍ਰਤੀਤ ਹੁੰਦਾ ਉਹਨੂੰ ਵੀ ਸੱਚ ਹੈ। ਮੇਰਾ ਕੰਗਾਲਾਂ ਦੇ ਘਰੇ ਜਨਮ, ਇੰਨੀਆਂ ਟੇਢੀਆਂ ਮੇਢੀਆਂ ਜੂਨਾਂ, ਸਭ ਕੁਛ ਉਹਨੂੰ ਜਿਵੇਂ ਸ਼ੀਸ਼ੇ 'ਚ ਮੂੰਹ ਦਿਸਦਾ ਐਂ ਦਿਸੀ ਜਾਂਦਾ। ਆਖਰ ਨਾ ਵੱਡੀ ਘਟਨਾ ਜਿਹੜੀ ਵਾਪਰੀ, ਉਹ ਪੂਰੇ ਗੁਰੂ ਦੀ ਖੇਡ ਨੂੰ ਅਸੀਂ ਕੀ ਜਾਣ ਸਕਦੇ ਹਾਂ। ਦੇਖਿਓ ਉਧਰ ਪਿਆ ਪਲੰਗ ਤੇ ਜਦੋਂ ਉਹਨੂੰ ਲੱਗਿਆ ਵੀ ਇਹ ਕੀ ਹੋ ਗਿਆ, ਬੜਾ ਸ਼ਸ਼ੋ ਪੰਜ ਦੇ ਵਿੱਚ ਪੈ ਗਿਆ। ਅਖੀਰ ਗੁਰਮੁਖੋ ਜਦੋਂ ਮੰਜੀ ਤੇ ਉੱਠ ਕੇ ਬੈਠ ਗਿਆ ਨਾ, ਪੀਲੂਆਂ ਦਾ ਸਾਰਾ ਉਹਦੇ ਵਰਤਾਂਤ ਯਾਦ ਆਇਆ ਵੀ ਇਸ ਤਰ੍ਹਾਂ ਬੱਚੇ ਥੱਲੇ ਖੜੇ ਨੇ, ਮੈਂ ਪੀਲੂ ਰੱਜ ਖਾਧੇ, ਭੁੱਖੇ ਮਰਦੇ ਨੇ, ਮੇਰੇ ਪਰਿਵਾਰ ਨੇ ਖਾਧੇ। ਤੇ ਉਹ ਨਾ ਐਡੀ ਵੱਡੀ ਖੇਡ ਵਾਪਰੀ। ਕਹਿੰਦੇ ਸ਼ਮੀਰ ਨੇ ਜਦੋਂ ਮੂੰਹ ਖੋਲ੍ਹਿਆ ਨਾ, ਇਉਂ ਜਾੜਾਂ ਦੇ ਵਿੱਚ ਉਹਦੇ ਪੀਲੂ ਫਸੇ ਪਏ ਨੇ, ਸੱਚਮੁੱਚ ਪੀਲੂਆਂ ਦੇ ਛਿਲਕੇ, ਪੀਲੂਆਂ ਦੇ ਬੀ। ਤੇ ਜਦੋਂ ਨਾ ਉਹਨੇ ਮਤਲਬ ਉਂਗਲ, ਆਪਾਂ ਜਦੋਂ ਪ੍ਰਸ਼ਾਦਾ ਛਕਦੇ ਕਈ ਵਾਰੀ ਆਪਣੇ ਜਾੜਾਂ ਦੇ ਵਿੱਚ ਪ੍ਰਸ਼ਾਦਾ ਨਹੀਂ ਲੱਗ ਜਾਂਦਾ, ਤੇ ਆਪਾਂ ਕਈ ਵਾਰ ਉਂਗਲ ਨਾਲ ਵੀ ਦੰਦ ਸਾਫ਼ ਕਰ ਲੈਂਦੇ ਹਾਂ। ਉਹਨੇ ਜਦੋਂ ਉਂਗਲਾਂ ਦੇ ਨਾਲ ਦੰਦ ਸਾਫ਼ ਕੀਤੇ ਨਾ, ਪੀਲੂਆਂ ਦੇ ਬੀ ਤੇ ਛਿਲਕਾ ਉਹਦੇ ਉਂਗਲ ਦੇ ਨਾਲ ਲੱਗ ਕੇ ਆ ਗਿਆ। ਬੜਾ ਹੈਰਾਨ ਹੋਇਆ ਵੀ ਖੇਡ ਕੀ ਹੈ। ਆਖਰ ਉਸੇ ਵੇਲੇ ਉਮੀ ਦਾ ਸਾਧ ਸੰਗਤ ਉੱਠ ਕੇ ਨਾ, ਸ਼ਮੀਰ ਕਿਸੇ ਨੂੰ ਨਹੀਂ ਦੱਸਿਆ, ਸਿੱਧਾ ਜਾ ਕੇ ਕਲਗੀ ਵਾਲੇ ਪਾਸ਼ ਬਾਹਰ ਬੈਠੇ ਸੀ, ਪਿੰਡ ਤੋਂ ਬਾਹਰ ਦੀਨੇ ਚਰਨਾਂ ਤੇ ਜਾ ਕੇ ਮੱਥਾ ਟੇਕਿਆ, ਨੀਵੀਂ ਪਾ ਕੇ ਬੈਠ ਗਿਆ। ਅੰਤਰਜਾਮੀ ਸਤਿਗੁਰੂ ਕਹਿੰਦੇ ਸ਼ਮੀਰ ਕਿਵੇਂ ਉਦਾਸ ਜਾ ਬੈਠਾ। ਉਹ ਹੁਣ ਕੰਬੇ, ਕਿਉਂਕਿ ਜਿਹੋ ਜਿਹੇ ਕਈ ਵਾਰੀ ਸੁਪਨੇ ਇਹੋ ਜਿਹੇ ਭਿਆਨਕ ਆਉਂਦੇ ਨਾ, ਕਈ ਵਾਰੀ ਸੁਪਨੇ 'ਚ ਆਪਣੇ ਗੋਲੀ ਵੱਜਦੀ ਹੈ, ਤੇ ਜਦੋਂ ਆਪਾਂ ਉੱਠਦੇ ਹਾਂ ਨਾ, ਉੱਥੇ ਦਰਦ ਹੋ ਰਿਹਾ ਹੁੰਦਾ ਉਸ ਥਾਂ ਤੇ, ਭਾਵੇਂ ਇਹ ਸਾਇੰਸ ਦੇ ਤੌਰ ਤੇ ਹੈ, ਪਰ ਦਰਦ ਹੋ ਰਿਹਾ ਹੁੰਦਾ ਵੀ ਇੱਥੇ ਗੋਲੀ ਵੱਜੀ, ਸੱਪ ਨੇ ਡੰਗ ਮਾਰਿਆ, ਬੋਤੇ ਨੇ ਵੱਢ ਲਿਆ, ਇਹੋ ਜਿਹਾ ਹੁੰਦਾ ਸੁਪਨਿਆਂ ਦੇ ਵਿੱਚ ਕੁਛ ਨਾ ਕੁਛ। ਤੇ ਉਹ ਉਦਾਸ ਹੈ, ਉਹਨੂੰ ਤਾਂ ਉਹ ਚੀਜ਼ ਦਿਸੀ ਜਾਂਦੀ ਹੈ। ਮਹਾਰਾਜ ਕਹਿੰਦੇ ਸ਼ਮੀਰ ਉੱਤੇ ਮੂੰਹ ਕਰ, ਕੀ ਹੋਇਆ ਤੈਨੂੰ, ਤੂੰ ਅੱਜ ਬੋਲਦਾ ਕਿਉਂ ਨਹੀਂ। ਉਹਦੇ ਅੱਖਾਂ 'ਚੋਂ ਅੱਥਰੂ ਆ ਗਏ। ਕਹਿੰਦਾ ਸੱਚੇ ਪਾਤਸ਼ਾਹ ਮੇਰੀ ਤਾਂ ਗੱਲ ਦੱਸਣ ਵਾਲੀ ਉਹ ਨਹੀਂ। ਕਹਿੰਦੇ ਨਹੀਂ, ਦੱਸ, ਗੱਲ ਦਾ ਹੱਲ ਹੋ ਜਾਂਦਾ। ਕਹਿੰਦਾ ਮਹਾਰਾਜ ਮੈਨੂੰ ਤਾਂ ਆਹ ਕੁਛ ਹੋਇਆ ਸੁਪਨੇ ਦੇ ਵਿੱਚ। ਫਿਰ ਕਹਿੰਦੇ ਤੂੰ ਆਪ ਹੀ ਤਾਂ ਬੇਨਤੀ ਕੀਤੀ ਸੀ। ਕਹਿੰਦਾ ਮਹਾਰਾਜ ਕਿਹੜੀ ਬੇਨਤੀ। ਕਹਿੰਦੇ ਤੈਨੂੰ ਆਖਿਆ ਸੀ ਵੀ ਮੰਗ ਲੈ, ਤੂੰ ਮੰਗਿਆ ਸੀ ਵੀ ਮੇਰਾ 84 ਦਾ ਗੇੜਾ ਕੱਟ ਦਿਓ। ਕਹਿੰਦਾ ਮਹਾਰਾਜ ਮੈਂ ਤਾਂ ਭੁੱਲ ਗਿਆ, 10-11 ਦਿਨ ਲੰਘ ਗਏ ਸੀ ਉਸ ਗੱਲ ਨੂੰ, ਮੈਂ ਤਾਂ ਭੁੱਲ ਗਿਆ। ਕਹਿੰਦੇ ਸ਼ਮੀਰ ਜਿਹੜਾ ਕੁਝ ਤੇਰਾ ਨਾਲ ਸੁਪਨੇ ਵਿੱਚ ਹੋਇਆ ਨਾ, ਉਹ ਤੇਰਾ ਇੱਕ ਰਾਤ ਦੇ ਵਿੱਚ ਕੱਟਤਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਰਾਤ ਵਿੱਚ ਕੱਟਿਆ ਕਲਗੀ ਵਾਲੇ ਪਾਤਸ਼ਾਹ ਨੇ। ਜਿਨ੍ਹਾਂ ਨੇ ਸਿਦਕ ਗੁਰੂ ਤੇ ਰੱਖਿਆ ਉਹਨਾਂ ਨੇ ਸਭ ਕੁਛ ਪਾਇਆ ਏ। ਯਾਦ ਰੱਖਿਓ, ਅੱਜ ਵੀ ਗੁਰੂ ਨਹੀਂ ਬਦਲਿਆ, ਗੁਰੂ ਸੇਮ ਹੈ। ਜਾਗਤ ਜੋਤ ਸ਼ਬਦ ਗੁਰੂ ਸਿੱਖੋ। ਮੈਂ ਬੇਨਤੀ ਕਰਦਾ ਹੱਥ ਜੋੜ ਕੇ, ਬੰਦੇ ਤੋਂ ਪਾਪ ਬੜੇ ਹੁੰਦੇ ਨੇ, ਜ਼ਿੰਦਗੀ 'ਚ ਗਲਤੀਆਂ ਬੜੀਆਂ ਹੁੰਦੀਆਂ ਨੇ, ਪਰ ਪਰਨ ਕਰਕੇ ਜਾਇਓ। ਅੱਜ ਮਾਂ ਸੁਰਜੀਤ ਕੌਰ ਦੀ ਅੰਤਮ ਅਰਦਾਸ ਤੇ ਕਦੇ ਵੀ ਭੁੱਲ ਕੇ ਗੁਰੂ ਗ੍ਰੰਥ ਸਾਹਿਬ ਨੂੰ ਨਾ ਛੱਡ ਦਿਓ। ਬਸ ਪਰਨ ਕਰਕੇ ਜਾਇਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਸਾਡਾ ਸਭ ਕੁਛ ਨੇ। ਜਾਗਤ ਜੋਤ ਸ਼ਬਦ ਗੁਰੂ, ਪ੍ਰਤੱਖ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ। ਤੇ ਜਿਹੜਾ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਕੋਈ ਖੱਬਾ ਸੱਜਾ ਜਾ ਕਰਦਾ ਹੈ ਨਾ, ਬਸ ਸਟੈਂਡ ਲੈ ਲਿਆ ਕਰੋ। ਕੁਛ ਨਹੀਂ, ਆਪਾਂ ਗੁਰੂ ਦੇ ਦਿੱਤਾ ਸਭ ਕੁਛ, ਬਸ ਮੇਨ ਪੁਆਇੰਟ ਇਹੀ ਹੈ। ਤੇ ਉੱਥੇ ਕਹਿੰਦਾ ਮਹਾਰਾਜ ਕੱਟ ਗਿਆ ਮੇਰਾ 84 ਦਾ ਗੇੜਾ। ਕਹਿੰਦੇ ਹਾਂ ਅਸੀਂ ਜ਼ਿੰਮੇਵਾਰੀ ਲੈਂਦੇ, ਤੇਰਾ 84 ਦਾ ਗੇੜਾ ਕੱਟ ਦਿੱਤਾ ਹੈ। ਤੇ ਜਦੋਂ ਸਾਧ ਸੰਗਤਾਂ ਆਈਆਂ ਮਹਾਰਾਜ ਦੀ ਹਜ਼ੂਰੀ ਵਿੱਚ, ਸ਼ਮੀਰ ਤਾਂ ਫਿਰ ਨੱਚਦਾ ਫਿਰਦਾ ਹੈ। ਅੱਜ ਬੜਾ ਖੁਸ਼ ਹੈ, ਹਰ ਇੱਕ ਦੇ ਨਾਲ ਹੱਸ ਕੇ ਗੱਲ ਕਰਦਾ, ਬੜਾ ਹੱਸੀ ਜਾਂਦਾ ਹੈ। ਉਹ ਸੰਗਤਾਂ ਕਹਿਣ ਲੱਗੀਆਂ ਸ਼ਮੀਰ ਅੱਜ ਕੀ ਗੱਲ ਹੈ, ਅੱਗੇ ਤਾਂ ਤੂੰ ਇੰਨਾ ਨਹੀਂ ਸੀ ਹੱਸਦਾ, ਅੱਜ ਕੀ ਗੱਲ ਹੈ। ਕਿਉਂਕਿ ਇੱਕ ਪ੍ਰਾਪਤੀ ਹੈ, ਆਨੰਦ ਹੈ, ਅੰਦਰ ਦਾ ਟਿਕਾ ਹੈ, ਸੱਚਾ ਸੁੱਖ ਮਿਲ ਗਿਆ। ਅੰਧਕਾਰ ਵਿੱਚੋਂ ਕੱਢਤਾ ਸਤਿਗੁਰਾਂ ਨੇ, ਪ੍ਰਕਾਸ਼ ਕਰ ਦਿੱਤਾ ਸਿੱਖ ਦੇ ਹਿਰਦੇ ਵਿੱਚ, ਸੁਰਤ ਵਿੱਚ।
शमीर नाले नचदा नाले टपदा ते नाले संगत नूं कहंदा दस्सां, कहंदे दस। लो सुणिओ, अपने कोले वेला है, जे कटाउणा है गेड़ा, शमीर दा गेड़ा कटता। मेरा कटता 84 वाला गेड़ा, सतगुर पूरिया ने मेरा कटता 84 वाला गेड़ा, सतगुर पूरिया ने कटता 84 वाला गेड़ा, सतगुर पूरिया ने मेरा 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 कटता 84 वाला गेड़ा, 84 वाला सतगुर पूरिया ने। ओ मेरा कटता 84 वाला गेड़ा, सतगुर पूरिया ने कटता 84 वाला गेड़ा, सतगुर पूरिया ने मेरा कटता 84 वाला गेड़ा, सतगुर पूरिया ने कटता 84 वाला गेड़ा, सतगुर पूरिया ने मेरा कटता 84 वाला गेड़ा, सतगुर पूरिया ने सतपुरख जिन जानिया, सतपुरख जिन जानिया, सतगुर तिसका नाम, तिसका संग सिख उधर। तिसका संग सिख उधर, तिसका संग सिख उधर। नानक हर गुण गाओ, सतपुरख जिन जानिया। मनुखा शरीर लैके जिन्हां दा गुरु ते भरोसा बन गया, महाराज कहंदे उहदा उधार अवश्य होवेगा। अज समय अपने कोले वेला, इहनूं संभालीए। ते फिर साध संगत सूबे सरहंद ने चिट्ठी लिखती इन्हां भरावां नूं, कहंदे लखमीर शमीर तख्त मल, तुहाडे कोल सिखां दे गुरु ने 10वें पातशाह, ਜਾਂ ਤਾਂ जल्दी फड़ के मेरे कोल मेरे हवाले करो, नहीं तो तैयार हो जाओ, मैं फौज लैके आना। ਐਵੇਂ नहीं 84 ਕੱਟੀ ਸੀ। ਸ਼ਮੀਰ ने पुट्ठी चिट्ठी लिख दी वापस, कहते ਉਹ सूबिया जिमें ਤੁਹਾਡੇ पीर ਤੁਸੀਂ ਉਹਨਾਂ ਨੂੰ ਆਪਣੇ ਘਰ ਰੱਖਦੇ ਹੋ, ਕਲਗੀ ਵਾਲੇ ਪਾਤਸ਼ਾਹ ਸਾਡੇ ਪੀਰਾਂ ਦੇ ਪੀਰ ਨੇ, ਅਸੀਂ ਆਪਣੇ ਪਾਸ ਰੱਖਾਂਗੇ, ਅਸੀਂ ਉਹਨਾਂ ਦੀ ਸੇਵਾ ਕਰਾਂਗੇ ਤੇ ਅਸੀਂ ਉਹਨਾਂ ਦਾ ਆਸ਼ੀਰਵਾਦ ਲਵਾਂਗੇ। ਤੂੰ ਕੌਣ ਹੁੰਨਾ ਤੇ ਤੂੰ ਚੜ੍ਹ ਕੇ ਆਉਣਾ ਹੈ, ਜੀ ਸਦਕੇ ਆ ਜਾ, ਅਸੀਂ ਤਿਆਰ ਬਰ ਤਿਆਰ ਹਾਂ। ਇਹ ਸ਼ਮੀਰ ਨੇ ਆਖਿਆ ਸੀ। ਯੋਧੇ ਸੀ ਬੜੇ, ਕਲਗੀ ਵਾਲੇ ਪਾਤਸ਼ਾਹ ਤੋਂ ਜਾਨਾਂ ਵਾਰਨ ਵਾਲੇ। ਤੇ ਪਾਤਸ਼ਾਹ ਕਹਿੰਦੇ ਸ਼ਮੀਰ ਚਿੱਠੀ 'ਚ ਕੀ ਲਿਖਿਆ? ਮਹਾਰਾਜ ਇਉਂ ਲਿਖਿਆ ਵੀ ਜਾਂ ਤਾਂ ਸਿੱਖਾਂ ਦੇ ਆਪਣੇ ਗੁਰੂ ਨੂੰ ਮੇਰੇ ਹਵਾਲੇ ਕਰ ਦਿਓ, ਤੇ ਨਹੀਂ ਫਿਰ ਲੜਾਈ ਵਾਸਤੇ ਯੁੱਧ ਵਾਸਤੇ ਤਿਆਰ ਹੋ ਜਾਓ। ਕਹਿੰਦੇ ਤੂੰ ਕੀ ਲਿਖਿਆ? ਕਹਿੰਦੇ ਮਹਾਰਾਜ ਮੈਂ ਇਉਂ ਲਿਖਿਆ ਵੀ ਸੂਬਿਆ ਚਮਕੌਰ ਦੀ ਗੜੀ 'ਚ ਤੇਰੇ ਕੋਲ ਹੀ ਸੀ, ਉੱਥੇ ਨਹੀਂ ਫੜੇ, ਤੂੰ ਨਹੀਂ ਫੜੇ, ਤੂੰ ਫੜ ਕੇ ਦਿਖਾਉਂਦਾ, ਤੇਰੇ 'ਚ ਜ਼ਰੂਰਤ ਨਹੀਂ ਸੀ, 40 ਸੀ ਨਾ, ਤੇ ਤੂੰ ਨਹੀਂ ਫੜੇ। ਅਸੀਂ ਨਹੀਂ ਤੈਨੂੰ ਇਹ ਚੀਜ਼ ਕਰ ਸਕਦੇ, ਸਾਡੇ ਗੁਰੂ ਨੇ, ਅਸੀਂ ਜਿੰਨਾ ਚਿਰ ਸਾਡੇ ਸਰੀਰ 'ਚ ਸਵਾਸ ਨੇ ਅਸੀਂ ਗੁਰੂ ਉੱਪਰੋਂ ਦੀ ਜਾਨਾਂ ਵਾਰ ਦਿਆਂਗੇ। ਤੇ ਫਿਰ ਪਾਤਸ਼ਾਹ ਇੱਥੇ ਰਹੋ, ਇੱਥੇ ਜੰਗ ਲੜਾਂਗੇ, ਪਹਿਲਾਂ ਅਸੀਂ ਮਰਾਂਗੇ। ਇਹਨੂੰ ਕਹਿੰਦੇ ਨੇ ਮਰਨਾ, ਗੁਰੂ ਦੇ ਪਿਆਰ 'ਚ ਮਰਨਾ, ਹੱਕਾਂ ਦੀ ਖਾਤਰ ਮਰਨਾ, ਸੱਚ ਤੇ ਪਹਿਰਾ ਦੇਣਾ। ਇਹ ਸਿਖਾਇਆ ਸਾਨੂੰ ਸਤਿਗੁਰਾਂ ਨੇ। ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ। ਅੱਜ ਤਾਂ ਸਮਾਜ ਵਿੱਚ ਵੇਖਦੇ ਹਾਂ ਝੂਠ ਪ੍ਰਧਾਨ ਹੈ, ਕੂੜ ਫਿਰਿਆ ਪ੍ਰਧਾਨ ਵੇ ਲਾ ਲਓ। ਸੱਚੇ ਸੁੱਚੇ ਬੰਦਿਆਂ ਦਾ ਤਾਂ ਜਿਉਣਾ ਹੀ ਦੁੱਭਰ ਹੈ ਅੱਜ ਦੇ ਸਮੇਂ ਦੇ ਵਿੱਚ। ਗੁਰਮਖੋ ਸੱਚੇ ਬੰਦੇ ਨੂੰ ਤਾਂ ਗਲ ਘੋਟ ਕੇ ਮਾਰ ਦਿੰਦੀ ਹੈ ਦੁਨੀਆ। ਤੇ ਫਿਰ ਕਹਿੰਦੇ ਮਹਾਰਾਜ ਇੱਥੇ ਰਹੋ, ਇੱਥੇ ਜੰਗ ਲੜਾਂਗੇ। ਕਲਗੀ ਵਾਲੇ ਪਾਤਸ਼ਾਹ ਕਹਿੰਦੇ ਸ਼ਮੀਰ ਤੇਰੀ ਸੇਵਾ ਹੋ ਗਈ ਪ੍ਰਵਾਨ, ਇਹ ਸਮਾਂ ਜੰਗ ਵਾਸਤੇ ਠੀਕ ਨਹੀਂ ਹੈਗਾ, ਇਹ ਜਗ੍ਹਾ ਜੰਗ ਵਾਸਤੇ ਠੀਕ ਨਹੀਂ।
ਅਕਾਲ ਦਾ ਹੁਕਮ ਹੈ, ਅਸੀਂ ਜਿੱਥੇ ਜੰਗ ਕਰਨੀ ਆ ਉਧਰ ਨੂੰ ਚੱਲੇ ਆ। ਫਿਰ ਮਹਾਰਾਜ ਖਦਰਾਣੇ ਦੀ ਢਾਬ ਪਹੁੰਚੇ ਸੀ, ਕਪੂਰੇ ਚੌਧਰੀ ਵਰਗਿਆਂ ਨਾਲ ਮਿਲਾਪ ਹੋਣਾ ਅੱਗੇ, ਤੇ ਫਿਰ ਮਹਾਰਾਜ ਖਦਰਾਣੇ ਦੀ ਢਾਬ ਤੇ ਜਾ ਕੇ ਜੰਗ ਕਰਦੇ ਨੇ। ਸੋ ਆਓ ਪਿਆਰਿਓ, ਆਪਾਂ ਨੂੰ ਇਹ ਸਮਾਂ ਰਹਿੰਦੇ ਆਪਾਂ ਨੂੰ ਸੰਭਲ ਜਾਣਾ ਚਾਹੀਦਾ, ਗੁਰੂ ਨੂੰ ਪਿਆਰ ਕਰਨਾ ਚਾਹੀਦਾ। 5 ਘੁੱਟਾਂ ਖੰਡੇ ਕੀ ਪਹੁਲ ਅੰਮ੍ਰਿਤ ਛਕਣਾ ਚਾਹੀਦਾ ਹੈ। ਅੰਮ੍ਰਿਤ ਛਕ ਕੇ ਆਪਣੇ ਪਰਿਵਾਰ ਵਿੱਚ ਸਿੱਖੀ ਦੇ ਬੂਟੇ ਲਾਈਏ, ਗੁਰਬਾਣੀ ਪੜ੍ਹਿਆ ਕਰੀਏ। ਇਹ ਰਸਨਾ ਜਿਹੜੀ ਲੱਗੀ ਹੈ ਨਾ ਮੂੰਹ ਦੇ ਵਿੱਚ, ਇਹ ਬਾਣੀ ਪੜ੍ਹਨ ਵਾਸਤੇ ਲੱਗੀ ਹੈ, ਇਹ ਸਿਮਰਨ ਬੰਦਗੀ ਕਰਨ ਵਾਸਤੇ ਲੱਗੀ ਹੈ। ਮੀਠੇ ਹਰ ਗੁਣ ਗਾਓ ਜਿੰਦੂ ਤੂੰ, ਮੀਠੇ ਹਰ ਗੁਣ ਗਾਓ ਸੱਚੇ ਸੇਤੀ ਰਤਿਆਂ, ਮਿਲਿਆ ਨ ਥਾਵੇਂ ਥਾਓ। ਅੱਜ ਮਾਤਾ ਸੁਰਜੀਤ ਕੌਰ ਜੀ ਆਪਣੇ ਵਿੱਚ ਨਹੀਂ ਰਹੇ। ਬੜਾ ਸੋਹਣਾ ਉਹਨਾਂ ਨੇ ਆਪਣੇ ਪਰਿਵਾਰ ਨੂੰ ਸਾਧ ਸੰਗਤ, ਜਿਵੇਂ ਇੱਕ ਦਾਦੀ ਦਾ ਫਰਜ਼ ਹੁੰਦਾ ਉਸ ਤਰ੍ਹਾਂ ਸੰਭਾਲਿਆ, ਪਿਆਰ ਦਿੱਤਾ ਤੇ ਪਿਆਰ ਲਿਆ, ਤੇ ਬੱਚਿਆਂ ਨੇ ਬੜਾ ਪਿਆਰ ਦਿੱਤਾ ਆਪਣੀ ਦਾਦੀ ਮਾਂ ਨੂੰ। ਤੇ ਗੁਰਮੁਖੋ, ਜਿੱਥੋਂ ਤੱਕ ਧੀ ਦੀ ਗੱਲ ਹੈ, ਆਹ ਬੇਨਤੀ ਕਰਕੇ ਦਾਸ ਸਮਾਪਤੀ ਵੱਲ ਨੂੰ ਪਹੁੰਚੇਗਾ। ਮਾਂ ਦਾ ਸਫ਼ਰ ਹੁੰਦਾ ਧੀ ਤੋਂ, ਧੀ ਹੈ, ਫਿਰ ਉਹਦੇ ਤੋਂ ਬਾਅਦ ਪਤਨੀ ਹੈ, ਫਿਰ ਉਹ ਨੂੰਹ ਹੈ, ਫਿਰ ਇੱਕ ਮਾਂ ਹੈ, ਫਿਰ ਉਹ ਸੱਸ ਹੈ, ਫਿਰ ਉਹ ਦਾਦੀ ਹੈ। ਇਹ ਪੜਾਅ ਇੱਕ ਮਾਂ ਦਾ। ਪਰ ਅੱਜ ਸੰਸਾਰ ਤੇ ਵੇਖਦੇ ਹਾਂ, ਅੱਜ ਧੀ ਕਹਿੰਦੀ ਹੈ ਬਾਬਲਾ, ਜਦੋਂ ਮਾਂ ਦੇ ਕੁੱਖ ਵਿੱਚ ਹੈ, ਬਾਬਲਾ ਵੇਖੀ ਮੇਰੀ ਮੰਮਾ ਨੂੰ ਕਿਤੇ ਤੂੰ ਧੱਕੇ ਨਾਲ ਗੱਡੀ 'ਚ ਸਿੱਟ ਕੇ ਨਾ ਕਿਤੇ ਜਲਾਦਾਂ ਕੋਲ ਨਾ ਲੈ ਜੀ। ਕੁੱਖ ਦੇ ਵਿੱਚੋਂ ਆਵਾਜ਼ ਹੈ ਧੀ ਦੀ, ਤੇ ਉਹ ਜਲਾਦ ਮੇਰੀ ਮੰਮਾ ਦੇ ਆਲੇ ਦੁਆਲੇ ਹੋ ਜਾਣ, ਮੈਨੂੰ ਕੁੱਖ ਦੇ ਵਿੱਚੋਂ ਕਿਤੇ ਸਮੇਂ ਤੋਂ ਪਹਿਲਾਂ ਨਾ ਕੱਢ ਲੈਣ। ਵੇਖੀ ਬਾਬਲਾ, ਨਾ ਮਾਰੀ ਬਾਬਲਾ ਵੇ, ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਨਾ ਮਾਰੀ ਬਾਬਲਾ ਵੇ, ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਨਾ ਮਾਰੀ ਬਾਬਲਾ ਵੇ, ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਮਾਰੀ ਬਾਬਲਾ ਵੇ, ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਨਾ ਮਾਰੀ ਬਾਬਲਾ ਵੇ, ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਨਾ ਮਾਰੀ ਬਾਬਲਾ ਵੇ, ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਨਾ ਮਾਰੀ ਬਾਬਲਾ ਵੇ, ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਨਾ ਮਾਰੀ ਬਾਬਲਾ ਵੇ, ਮੇਰਾ ਜੱਗ ਵੇਖਣ ਨੂੰ ਜੀ ਕਰਦਾ। ਮਾਂ ਦੇ ਕੁੱਖ ਵਿੱਚ ਬੱਚੀ ਕਹਿੰਦੀ ਹੈ, ਧੀ ਕਹਿੰਦੀ ਹੈ, ਕਹਿੰਦੀ ਵੇਖੀ ਬਾਬਲਾ, ਸਮੇਂ ਤੋਂ ਪਹਿਲਾਂ ਮੈਨੂੰ ਮਾਂ ਦੀ ਕੁੱਖ ਵਿੱਚੋਂ ਕੱਢ ਕੇ ਨਾ ਇੱਕ ਲਿਫਾਫੇ ਦੇ ਵਿੱਚ ਪਾ ਕੇ ਕਿਤੇ ਕੂੜੇ ਦੇ ਢੇਰ ਤੇ ਨਾ ਸਿੱਟ ਆਉਣ, ਸਮੇਂ ਤੋਂ ਪਹਿਲਾਂ ਹੀ ਮੈਨੂੰ ਕੁੱਤੇ ਨਾ ਖਾ ਜਾਣ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਵੇਖੀ ਬਾਬਲਾ ਜੋਦੜੀਆਂ ਕਰਦੀ ਹੈ, ਪਰ ਉਹ ਨਿੱਕੀ ਜੀ ਜਿੰਦ ਨੂੰ ਗੁਰਮੁਖੋ ਧੱਕੇ ਦੇ ਨਾਲ ਮਾਂ ਦੀ ਕੁੱਖ ਦੇ ਵਿੱਚੋਂ ਕੱਢ ਕੇ ਕੂੜੇ ਦੇ ਢੇਰਾਂ ਤੇ ਸਿੱਟਿਆ ਜਾਂਦਾ ਹੈ। ਸਤਿਕਾਰ ਕਰੋ ਉਸ ਮਾਂ ਦਾ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਤਸ਼ਾਹ ਦੇ ਬਚਨ ਸੁਣੋ। ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਗੁਰੂਆਂ ਪੀਰਾਂ ਸੂਰਬੀਰ ਯੋਧੇ ਔਲੀਆਂ ਪੈਗੰਬਰਾਂ ਨੂੰ ਜਨਮ ਦੇਣ ਵਾਲੀ ਮਾਂ, ਜੇ ਸੱਚਮੁੱਚ ਕਹਿੰਦੇ ਆ ਮਾਂ ਰੱਬ ਦਾ ਦੂਜਾ ਨਾਂ ਹੈ, ਤਾਂ ਫਿਰ ਇਹਦੇ ਨਾਲ ਇਹ ਧੱਕਾ ਵੀ ਨਾ ਕੀਤਾ ਜਾਵੇ। ਸੋ ਆਓ ਪਿਆਰਿਓ, ਮਾਂ ਜਿਹਾ ਘਣਸ਼ਾਮਾ ਬੂਟਾ ਮੈਨੂੰ ਕਿਤੇ ਨਜ਼ਰ ਨਾ ਆਏ। ਇਹ ਮਾਵਾਂ ਦਾਦੀਆਂ ਜਦੋਂ ਵਿਛੜਦੀਆਂ ਨੇ ਤਾਂ ਉਸ ਵੇਲੇ ਬਹੁਤ ਪਰਿਵਾਰਾਂ ਦੀਆਂ ਇਹ ਗੱਲਾਂ ਨੇ ਜਿਨ੍ਹਾਂ ਦੀਆਂ ਤੁਰ ਗਈਆਂ, ਤੇ ਉਸ ਵੇਲੇ ਫਿਰ ਜਾਂ ਤਾਂ ਫੋਟੋਆਂ ਦੇ ਨਾਲ ਗੱਲਾਂ ਹੁੰਦੀਆਂ ਨੇ। ਖਾਸ ਕਰਕੇ ਜਿੱਥੇ ਪੁੱਤਾਂ ਨੂੰ ਧੀਆਂ ਨੂੰ ਮਾਂ ਪਿਆਰੀ ਹੈ, ਇਹ ਗੱਲ ਸੱਚ ਹੈ। ਪੋਤਰੀਆਂ ਤੇ ਦੋਹਤੀਆਂ ਨੂੰ ਨਾ ਆਪਣੀ ਦਾਦੀ ਤੇ ਨਾਨੀ ਇੰਨੀ ਪਿਆਰੀ ਹੁੰਦੀ ਹੈ ਵੀ ਗੱਲ ਹੀ ਛੱਡ ਦਿਓ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਮੈਂ ਪੋਤਰੀਆਂ, ਮਾਤਾ ਜੀ ਨੇ ਪੋਤਰੀਆਂ ਵੇਖੀਆਂ, ਅੱਖਾਂ ਸੱਜਲ। ਮਾਤਾ ਸੁਰਜੀਤ ਕੌਰ ਦੀਆਂ ਪੋਤਰੀਆਂ ਇੰਨੀਆਂ ਸਿਆਣੀਆਂ ਬੱਚੀਆਂ, ਅੱਖਾਂ ਸੱਜਲ। ਮਾਨੋ ਅੱਜ ਵੀ ਦਾਦੀ ਨੂੰ ਆਵਾਜ਼ਾਂ ਮਾਰਦੀਆਂ ਨੇ, ਦਾਦੀ ਤੂੰ ਸਾਨੂੰ ਛੱਡ ਕੇ ਤੁਰ ਗਈ। ਪਿਆਰ ਹੈ ਨਾ, ਬੱਚਿਆਂ ਦਾ ਪਿਆਰ ਹੈ। ਬਹੁਤ ਦੁਨੀਆ ਦੀ ਆ ਗੱਲ ਹੈ ਜਿਹੜੀ ਦਾਸ ਕਹੇਗਾ। ਫਿਰ ਆਨੰਦ ਸਾਹਿਬ ਪੜ੍ਹੀਏ। ਹਾਂਜੀ ਮੁੜ ਮੁੜ ਭੈਣ ਭੁਲੇਖੇ ਵਿਛੜੀਆਂ ਮਾਵਾਂ ਦੇ, ਮੁੜ ਮੁੜ ਭੈਣ ਭੁਲੇਖੇ ਵਿਛੜੀਆਂ ਮਾਵਾਂ ਦੇ। ਮੁੜ ਮੁੜ ਭੈਣ ਭੁਲੇਖੇ ਵਿਛੜੀਆਂ ਮਾਵਾਂ ਦੇ, ਮੁੜ ਮੁੜ ਭੈਣ ਭੁਲੇਖੇ ਵਿਛੜੀਆਂ ਮਾਵਾਂ ਦੇ। ਮੁੜ ਮੁੜ ਭੈਣ ਭੁਲੇਖੇ ਵਿਛੜੀਆਂ ਮਾਵਾਂ ਦੇ, ਮੁੜ ਮੁੜ ਭੈਣ ਭੁਲੇਖੇ ਵਿਛੜੀਆਂ ਮਾਵਾਂ ਦੇ। ਦਿਨ ਰਾਤੀ ਭੈਣ ਭੁਲੇਖੇ ਵਿਛੜੀਆਂ ਮਾਵਾਂ, ਦਿਨ ਰਾਤ
ਵਿਛੜੀਆਂ ਮਾਵਾਂ ਦੇ ਰਾਤੀ ਭੈਣ ਭੁਲੇਖੇ 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 ਵਿਛੜੀਆਂ ਮਾਵਾਂ ਦੇ ਮੋੜ ਮੋੜ ਭੈਣ ਭੁਲੇਖੇ ਵਿਛੜੀਆਂ ਮਾਵਾਂ ਦੇ ਮੋੜ ਮੋੜ ਭੈਣ ਭੁਲੇਖੇ ਵਿਛੜੀਆਂ ਮਾਵਾਂ ਦੇ ਭੈਣ ਭੁਲੇਖੇ ਵਿਛੜੀਆਂ ਮਾਵਾਂ ਦੇ ਮੁੜ ਮੁੜ ਭੈਣ ਭੁਲੇਖੇ ਵਿਛੜੀਆਂ ਮਾਵਾਂ ਦੇ ਮੁੜ ਮੁੜ ਭੈਣ ਭੁਲੇਖੇ ਵਿਛੜੀਆਂ ਮਾਵਾਂ ਦੇ ਮੁੜ ਮੁੜ ਭੈਣ ਭੁਲੇਖੇ ਵਿਛੜੀਆਂ ਮਾਵਾਂ ਦੇ। ਫਿਰ ਤਾਂ ਯਾਦਾਂ ਨੇ ਮਾਪਿਆਂ ਦੀਆਂ ਗੁਰਮੁਖੋ ਵਿਛੜਿਆਂ ਦੀਆਂ ਝੰਜੋੜ ਜਾਂਦੀਆਂ ਨੇ। ਖੈਰ ਭਾਣੇ ਨੂੰ ਮੰਨਣਾ ਹੈ, ਇਹ ਮਹੀਨਾ ਉਹ ਹੈ ਜਿਹੜਾ ਵਿਛੋੜੇ ਦਾ ਮਹੀਨਾ ਹੈ। ਪਰਿਵਾਰ ਵਿਛੋੜਾ, ਆਨੰਦਾਂ ਦੀ ਪੁਰੀ ਦਾ ਵਿਛੋੜਾ, ਸਾਹਿਬਜ਼ਾਦਿਆਂ ਦਾ ਵਿਛੋੜਾ, ਮਾਤਾ ਗੁਜਰੀ ਜੀਆਂ ਦਾ ਵਿਛੋੜਾ, ਕਿੰਨੇ ਵਿਛੋੜੇ। ਸੋ ਉਹ ਵਿਛੋੜੇ ਨੂੰ ਸਤਿਗੁਰਾਂ ਨੇ ਸਵੀਕਾਰ ਕੀਤਾ, ਭਾਣੇ ਨੂੰ ਨਮਸਕਾਰ ਕੀਤੀ। ਆਓ ਅੱਜ ਮਾਤਾ ਸੁਰਜੀਤ ਕੌਰ ਜੀ, ਜਿਨ੍ਹਾਂ ਦਾ ਪੇਕਾ ਪਰਿਵਾਰ ਚੂਲੜ ਕਲਾਂ, ਉਹਨਾਂ ਦੇ ਜੀਵਨ ਸਾਥੀ ਸਵਰਗਵਾਸੀ ਸਰਦਾਰ ਭਜਨ ਸਿੰਘ ਜੀ ਫੌਜੀ ਸਾਹਿਬ ਤੇ ਉਹਨਾਂ ਦੇ ਸਤਿਕਾਰਯੋਗ ਬੇਟੇ ਭਾਈ ਦਰਸ਼ਨ ਸਿੰਘ ਜੀ, ਔਰ ਉਹਨਾਂ ਦੇ ਘਰੋਂ ਬੀਬਾ ਸੁਖਜੀਤ ਕੌਰ ਸਤੀ ਕੇ ਉਹਨਾਂ ਦਾ ਪੇਕਾ ਪਰਿਵਾਰ ਹੈਗਾ। 2 ਪੁੱਤਰ ਮਾਤਾ ਜੀ ਦੇ ਹੱਥਾਂ ਵਿੱਚੋਂ ਪਹਿਲਾਂ ਤੁਰ ਗਏ। ਸ਼ਾਇਦ ਉਹ ਸੱਟ ਕਦੇ ਵੀ ਮਾਪਿਆਂ ਨੂੰ, ਭਰਾਵਾਂ ਨੂੰ ਨਹੀਂ ਭੁੱਲਣ ਵਾਲੀ ਹੁੰਦੀ, ਵੱਡੀ ਸੱਟ ਹੁੰਦੀ ਹੈ। ਤਾਂ ਉੱਥੇ ਪਿਆਰੀ ਧੀ ਜਸਵੰਤ ਕੌਰ, ਇਸ ਘਰ ਦੇ ਜਵਾਈ ਸਰਦਾਰ ਪਿਆਰਾ ਸਿੰਘ ਜੀ ਗੋਬਿੰਦਗੜ੍ਹ ਖੋਖਰ ਵਾਲੇ, ਤੇ ਦੂਸਰੀ ਬੇਟੀ ਹਰਬੰਸ ਕੌਰ, ਘਰ ਦੇ ਜਵਾਈ ਸਰਦਾਰ ਗੁਰਜੰਟ ਸਿੰਘ ਜੀ ਦਸੌਂਦੀਆ ਪਿੰਡ ਵਾਲੇ, ਤੇ ਪੋਤਰਾ ਧਰਮਿੰਦਰ ਸਿੰਘ, ਪਿਆਰੀਆਂ ਬੱਚੀਆਂ ਪੋਤਰੀਆਂ ਅਮਨਦੀਪ ਕੌਰ ਤੇ ਵੀਰਪਾਲ ਕੌਰ, ਔਰ ਉਹਨਾਂ ਦੇ ਸਾਰੇ ਸਹੁਰੇ ਪਰਿਵਾਰ ਵਾਲੇ ਗੁਰੂ ਪਿਆਰੀ ਸੰਗਤ ਤੇ ਸਮੂਹ ਪੂਨੀਆ ਪਰਿਵਾਰ ਤੇ ਸਾਧ ਸੰਗਤ। ਬਾਬਾ ਗੁਰਜੰਟ ਸਿੰਘ ਜੀ ਹੋਰਾਂ ਨੇ ਹੁਕਮ ਕੀਤਾ ਵੀ ਬਾਬਾ ਜੀ ਇਸ ਤਰ੍ਹਾਂ ਕਰਕੇ ਆਪਣੇ ਮਾਤਾ ਜੀ ਸੁਰਜੀਤ ਕੌਰ ਜੀ ਚੜ੍ਹਾਈ ਕਰਕੇ ਤੁਸੀਂ ਆ ਕੇ ਹਾਜ਼ਰੀ ਭਰਨੀ। ਇਹਨਾਂ ਦੇ ਹੁਕਮ ਨੂੰ ਮੰਨ ਕੇ ਜੋ ਸਾਧ ਸੰਗਤ ਹਾਜ਼ਰੀ ਭਰੀ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ